ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੇ 16ਵੀਂ ਅਸ਼ਟਪਦੀ ਦੀ ਕਥਾ ਚੱਲ ਰਹੀ ਹੈ। ਕੱਲ੍ਹ ਪਹਿਲੇ 2 ਬੰਦਾਂ ਦੀ ਕਥਾ ਹੋ ਗਈ ਸੀ। ਅੱਜ ਤੀਸਰੇ ਬੰਦ ਦੀ ਕਥਾ ਸ਼ੁਰੂ ਹੋਣੀ ਹੈ। ਪਹਿਲੀ ਪੰਕਤੀ ਹੈ, ਜਾ ਕੀ ਲੀਲਾ ਕੀ ਮਿਤ ਨਾਹੀਂ। ਜਾ ਕੀ ਲੀਲਾ ਕੀ ਮਿਤ ਨਾਹੀਂ, ਸਗਲ ਦੇਵ ਹਾਰੇ ਅਵਗਾਹੇ। ਲੀਲਾ ਸਾਰੀ ਉਹਦੀ ਰਚਨਾ, ਉਹਦੀ ਲੀਲਾ ਹੈ। ਮਿਤ ਹੁੰਦਾ ਹੱਦ, ਭਾਵ ਅੰਤ। ਔਰ ਕਹਿੰਦਾ ਜੀ ਪਟਿਆਲੇ ਦੀ ਇੱਥੋਂ ਹੱਦ ਸ਼ੁਰੂ ਹੋ ਗਈ ਹੈ, ਇੱਥੇ ਪਟਿਆਲੇ ਦੀ ਹੱਦ ਖਤਮ ਹੋ ਗਈ। ਹੱਦ ਹੁੰਦੀ ਕੋਈ, ਦੇਸ਼ ਦੀ ਵੀ ਹੱਦ ਹੁੰਦੀ ਹੈ, ਧਰਤੀ ਦੀ ਵੀ ਹੱਦ ਹੈ, ਵੀ ਜਾ ਕੇ ਮੁੱਕ ਗਈ ਹੈ। ਪਰ ਪਰਮਾਤਮਾ ਜਿਹੜੀ ਰਚਨਾ ਨਾ, ਉਹਦਾ ਕੋਈ ਅੰਤ ਹੀ ਨਹੀਂ, ਮਿਤ ਨਹੀਂ, ਉਹਦਾ ਕੋਈ ਅੰਤ ਹੀ ਨਹੀਂ, ਉਹਦਾ ਕੋਈ ਹੱਦ ਬਣਿਆ ਹੀ ਨਹੀਂ ਹੈ। ਸਗਲ ਦੇਵ ਹਾਰੇ ਅਵਗਾਹੇ। ਦੇਵ ਮੈਨੇ ਦੇਵਤੇ, ਅਵਗਾਹੇ ਹੁੰਦਾ ਖੋਜ ਖੋਜ ਕੇ। ਸਾਰੇ ਦੇਵਤੇ ਖੋਜ ਖੋਜ ਕੇ ਹਾਰ ਗਏ। ਪਰ ਪਰਮਾਤਮਾ ਜਿਹੜੀ ਰਚਨਾ ਹੈ, ਉਹਦਾ ਅੰਤ ਨਹੀਂ ਪਾ ਸਕੇ, ਕਿਉਂਕਿ ਪਰਮਾਤਮਾ ਆਪ ਬੇਅੰਤ ਹੈ। ਅਤੇ ਜਿਹੜਾ ਆਪ ਬੇਅੰਤ ਹੋਵੇ, ਉਹਦੀ ਹਰ ਇੱਕ ਚੀਜ਼ ਬਣਾਈ ਵੀ ਬੇਅੰਤ ਹੁੰਦੀ ਹੈ। ਇਹ ਪਤਾ ਨਹੀਂ ਕਿਉਂ ਕਹਿਣ ਲੱਗ ਪਏ ਨੇ 84 ਲੱਖ ਜੂਨੀਆਂ ਨੇ। ਉਹ ਆਪ ਬੇਅੰਤ ਹੈ, ਉਹਦੀ ਬਣਾਈ ਹੋਈ ਚੀਜ਼ਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਜੇ ਗਿਣਤੀ ਮਿਣਤੀ ਹੋ ਸਕਦੀ ਹੁੰਦੀ ਤਾਂ ਗੁਰੂ ਨਾਨਕ ਜੀ ਨੂੰ ਲੱਖਾਂ ਨਹੀਂ ਸੀ ਕਹਿੰਦੇ। ਉਹ ਕਹਿੰਦੇ 5 ਲੱਖ 10 ਲੱਖ 11 ਲੱਖ ਕਹਿੰਦੇ। ਉਹ ਕਹਿੰਦੇ ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾ। ਬਈ ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ, ਗਿਣਤੀ ਨਹੀਂ ਕੀਤੀ ਵੀ ਇੰਨੇ ਲੱਖ ਨੇ। ਪਾ ਬੇਅੰਤ ਨੇ। ਜਿਹੜਾ ਬੇਅੰਤ ਹੁੰਦਾ, ਉਹਦੀ ਰਚਨਾ ਵੀ ਬੇਅੰਤ ਹੁੰਦੀ ਹੈ। ਇਸ ਲਈ ਸਾਰੇ ਦੇਵਤੇ ਢੂੰਡ ਢੂੰਡ ਕੇ, ਲੱਭ ਲੱਭ ਕੇ ਹਾਰ ਗਏ, ਅੰਤ ਨਹੀਂ ਪਾ ਸਕੇ। ਪਿਤਾ ਕਾ ਜਨਮ ਕੇ ਜਾਣੈ ਪੂਤ। ਜਿਵੇਂ ਪੁੱਤਰ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੇ ਪਿਤਾ ਦੀ ਡੇਟ ਆਫ ਬਰਥ ਕੀ ਹੈ, ਉਹਦਾ ਪਿਤਾ ਕਦੋਂ ਜੰਮੇ, ਪੁੱਤਰ ਨੂੰ ਨਹੀਂ ਪਤਾ ਹੁੰਦਾ। ਉਹ ਤਾਂ ਪਿਤਾ ਹੀ ਦੱਸਦਾ ਆਪਣੇ ਪੁੱਤਰ ਨੂੰ ਵੀ ਮੈਂ ਫਲਾਣੇ ਸੰਨ 'ਚ ਪੈਦਾ ਹੋਇਆ ਸੀ, ਮੈਂ ਇੰਨੇ ਸਾਲਾਂ ਦਾ। ਕਿਉਂਕਿ ਪੁੱਤਰ ਬਾਅਦ 'ਚ ਪੈਦਾ ਹੋਇਆ, ਇਸ ਲਈ ਪੁੱਤਰ ਨੂੰ ਨਹੀਂ ਪਤਾ ਹੁੰਦਾ ਕਿ ਉਸਦੇ ਪਿਤਾ ਦਾ ਕਦੋਂ ਜਨਮ ਹੋਇਆ ਹੈ। ਇਸ ਲਈ ਪਰਮਾਤਮਾ ਨੇ ਕਦੋਂ ਆਪਣੀ ਲੀਲਾ ਰਚੀ, ਕਦੋਂ ਇਹ ਰਚਨਾ ਰਚੀ, ਉਹ ਉਹੀ ਜਾਣਦਾ ਹੈ। ਕਿਉਂਕਿ ਅਸੀਂ ਤਾਂ ਸਾਰੇ ਉਸ ਤੋਂ ਬਾਅਦ 'ਚ ਹੋਏ ਹੋਏ ਹਾਂ। ਅਸੀਂ ਤਾਂ ਬਾਅਦ 'ਚ ਉਹਦੇ ਬਣਾਏ ਹੋਏ ਹਾਂ। ਜਿਵੇਂ ਪੁੱਤਰ ਨੂੰ ਨਹੀਂ ਪਤਾ ਹੁੰਦਾ ਕਿ ਉਹਦਾ ਪਿਤਾ ਕਦੋਂ ਪੈਦਾ ਹੋਇਆ, ਇਸ ਲਈ ਸਾਨੂੰ ਨਹੀਂ ਪਤਾ ਕਿ ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਬਣਾਈ, ਆਪਣੀ ਲੀਲਾ ਬਣੀ, ਕਦੋਂ ਬਣਾਈ ਹੈ, ਅਸੀਂ ਨਹੀਂ ਜਾਣ ਸਕਦੇ। ਉਦਾਹਰਨ ਦੇ ਕੇ ਸਮਝਾਇਆ ਕਿ ਜਿਵੇਂ ਪੁੱਤਰ ਪਿਤਾ ਦੇ ਜਨਮ ਨੂੰ ਨਹੀਂ ਜਾਣਦਾ ਕਿ ਉਹਦਾ ਪਿਤਾ ਜਨਮ ਕਦੋਂ ਹੋਇਆ, ਇਸੇ ਤਰ੍ਹਾਂ ਹੀ ਪਰਮਾਤਮਾ ਨੇ ਕਦੋਂ ਇਹ ਸ੍ਰਿਸ਼ਟੀ ਬਣਾਈ, ਕਦੋਂ ਇਹ ਰਚਨਾ ਰਚੀ, ਕਹਿੰਦੇ ਸਾਰੇ ਦੇਵਤੇ ਵੀ ਖੋਜ ਖੋਜ ਕੇ ਹਾਰ ਗਏ ਨੇ, ਉਹ ਨਹੀਂ ਪਤਾ ਕਰ ਸਕੇ। ਸਗਲ ਪਰੋਈ ਆਪਣੇ ਸੂਤ। ਪਰਮਾਤਮਾ ਨੇ ਸਾਰਿਆਂ ਨੂੰ ਆਪਣੇ ਸੂਤਰ ਵਿੱਚ ਪਰੋਇਆ ਹੋਇਆ ਹੈ। ਅਤੇ ਪਰਮਾਤਮਾ ਦਾ ਸੂਤਰ ਕੋਈ ਰੱਸੀ ਨਹੀਂ, ਕੋਈ ਧਾਗਾ ਨਹੀਂ, ਉਹਦਾ ਕਾਨੂੰਨ ਹੈ, ਉਹਦਾ ਕਾਨੂੰਨ ਹੈ। ਉਹਨੇ ਆਪਣੇ ਕਾਨੂੰਨ ਅਨੁਸਾਰ ਸਾਰਿਆਂ ਨੂੰ ਪਰੋਇਆ ਹੋਇਆ ਹੈ, ਭਾਵ ਉਹਦੇ ਤੋਂ ਬਾਹਰ ਕੋਈ ਨਹੀਂ ਹੈ।
ਜਿਵੇਂ ਆਪਾਂ ਫੁੱਲ ਪਰੋ ਲਈਏ ਤਾਂ ਉਹ ਹਾਰ ਬਣ ਜਾਂਦਾ ਹੈ। ਫੁੱਲ ਆਪਣੇ ਗਲੇ 'ਚ ਨਹੀਂ ਪੈ ਸਕਦੇ, ਪਰ ਜਦੋਂ ਫੁੱਲ ਪਰੋ ਲਏ ਜਾਂਦੇ ਧਾਗੇ ਨਾਲ, ਫਿਰ ਉਹ ਹਾਰ ਬਣ ਜਾਂਦਾ, ਫਿਰ ਆਪਾਂ ਉਸਨੂੰ ਗਲੇ 'ਚ ਪਾ ਸਕਦੇ ਹਾਂ। ਇਸ ਤਰ੍ਹਾਂ ਪਰਮਾਤਮਾ ਨੇ ਵੀ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਅਨੁਸਾਰ ਪਰੋ ਕੇ ਰੱਖਿਆ, ਭਾਵ ਉਹਦੇ ਹੁਕਮ ਵਿੱਚ ਹੈ। ਸਮਤ ਗਿਆਨ ਧਿਆਨ ਜਿਨ ਦੇ, ਜਿਨ ਨੰਨੇ ਨੂੰ ਸਿਹਾਰੀ ਨਹੀਂ ਹੈ, ਜਿਨ ਬਹੁਵਚਨ ਹੈ, ਜਿਨ੍ਹਾਂ ਨੂੰ ਪਰਮਾਤਮਾ ਸਮਤ ਦਿੰਦਾ ਹੈ। ਚੰਗੀ ਮੱਤ ਨੂੰ ਕਹਿੰਦੇ ਨੇ ਸਮਤ, ਭੈੜੀ ਨੂੰ ਕਹਿੰਦੇ ਨੇ ਕੁਮੱਤ। ਜਿਵੇਂ ਸਪੁੱਤਰ ਚੰਗਾ ਪੁੱਤਰ, ਕੁਪੁੱਤਰ ਭੈੜਾ ਪੁੱਤਰ। ਮੱਤ ਤਾਂ ਹੈ ਹੀ ਸਾਰਿਆਂ 'ਚ, ਕਿਸੇ ਸਮੱਤ ਹੈ, ਕਿਸੇ ਕੁਮੱਤ ਹੈ। ਜਿਨ੍ਹਾਂ ਨੂੰ ਪਰਮਾਤਮਾ ਸਮੱਤ ਦਿੰਦਾ ਹੈ, ਆਪਣਾ ਗਿਆਨ ਦਿੰਦਾ ਹੈ, ਆਪਣੇ ਧਿਆਨ ਦੀ ਦਾਤ ਦਿੰਦਾ ਹੈ। ਕਿਉਂ ਜੇ ਪਰਮਾਤਮਾ ਨਾ ਕਿਰਪਾ ਕਰੇ, ਧਿਆਨ ਹੀ ਨਹੀਂ ਲੱਗਦਾ। ਬੜੀ ਦੁਨੀਆ ਧਿਆਨ ਲਾਉਣ ਦੀ ਕੋਸ਼ਿਸ਼ ਕਰਦੇ, ਲੱਗਦਾ ਹੀ ਨਹੀਂ, ਕਦੇ ਇੱਧਰ ਚਲੇ ਜਾਂਦਾ, ਕਦੇ ਇੱਧਰ ਚਲੇ ਜਾਂਦਾ ਹੈ। ਪਰ ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹਨਾਂ ਨੂੰ ਸਮੱਤ ਦਿੰਦਾ ਹੈ, ਉਹਨਾਂ ਨੂੰ ਗਿਆਨ ਦਿੰਦਾ ਹੈ, ਉਹਨਾਂ ਨੂੰ ਧਿਆਨ ਲਾਉਣ ਦੀ ਸਮਰੱਥਾ ਦਿੰਦਾ ਹੈ। ਜਿਨ੍ਹਾਂ ਨੂੰ ਦਿੰਦਾ ਹੈ ਨਾ, ਜਨ ਦਾਸ ਨਾਮ ਧਿਆਵੇਂ ਸੇ। ਜਨ ਬਹੁਵਚਨ ਹੈ, ਦਾਸ ਵੀ ਬਹੁਵਚਨ ਹੈ, ਕਿਉਂਕਿ ਔਂਕੜ ਨਹੀਂ ਲੱਗਾ। ਸੇ ਸੱਸੇ ਲਾਂ ਈੜਨ ਸਿਆਰੀ ਸੇ, ਇਹ ਵੀ ਬਹੁਵਚਨ। ਸੋ ਸੱਸੇ ਨੂੰ ਹੋੜਾ ਸੋ ਇੱਕ ਵਚਨ ਹੁੰਦਾ, ਸੇ ਬਹੁਵਚਨ ਹੁੰਦਾ। ਜਨ ਦਾਸ ਨਾਮ ਧਿਆਵੇਂ ਸੇ, ਜਿਹੜੇ ਪਰਮਾਤਮਾ ਦੇ ਜਨ ਭਗਤ ਹੁੰਦੇ ਨੇ, ਜਿਹੜੇ ਪਰਮਾਤਮਾ ਦੇ ਦਾਸ ਹੁੰਦੇ ਨੇ, ਉਹ ਫਿਰ ਪਰਮਾਤਮਾ ਦਾ ਨਾਮ ਧਿਆਉਂਦੇ ਹਨ। ਉਹ ਪਰਮਾਤਮਾ ਦਾ ਨਾਮ ਧਿਆਉਂਦੇ, ਕਿਉਂਕਿ ਆਪਣੇ ਜਨਾਂ ਨੂੰ ਸਮੱਤ ਦਿੰਦਾ ਹੈ, ਗਿਆਨ ਦਿੰਦਾ ਹੈ, ਧਿਆਨ ਦਿੰਦਾ ਹੈ। ਫਿਰ ਉਹ ਪਰਮਾਤਮਾ ਦੇ ਦਾਸ ਪਰਮਾਤਮਾ ਦਾ ਨਾਮ ਜਪਦੇ ਹਨ। ਤਿਹੁ ਗੁਣ ਮੈਂ ਜਾ ਕੋ ਪਰਮਾਏ। ਕੱਲ੍ਹ ਵੀ ਦੱਸਿਆ ਸੀ ਕਿ ਇਹ ਸ਼ਬਦ ਗਿਣਤੀ ਦੱਸਦਾ ਹੈ। ਜਿਹੜਾ ਸ਼ਬਦ ਗਿਣਤੀ ਦੱਸੇ, ਉਹਦੇ ਹਾਹੇ 'ਤੇ ਟਿੱਪੀ ਲਾ ਕੇ ਬੋਲਣਾ। ਤਿਹੁ, ਇਹਨੂੰ ਪੜ੍ਹਨਾ ਤਿਹੁ, ਤਿੰਨਾ। ਤਿਹੁ ਗੁਣ ਮੈਂ ਜਾ ਕੋ ਪਰਮਾਏ। ਮਾਇਆ ਦੇ 3 ਗੁਣ ਨੇ, ਰਜੋ ਸਤੋ ਤਮੋ। ਜਾ ਕੋ, ਜਿਸ ਨੂੰ ਪਰਮਾਤਮਾ, ਜਿਸ ਨੂੰ ਮਾਇਆ ਦੇ 3 ਗੁਣਾਂ 'ਚ ਭਰਮਾਉਂਦਾ ਨਾ, ਕਦੇ ਉਹ ਤਮੋ ਗੁਣੀ ਹੋ ਜਾਂਦਾ, ਕਦੇ ਰਜੋ ਗੁਣੀ ਹੋ ਜਾਂਦਾ, ਕਦੇ ਸਤੋ ਗੁਣੀ ਹੋ ਜਾਂਦਾ। ਮਾਇਆ ਦੇ 3 ਗੁਣਾਂ ਦੇ ਅਧੀਨ ਰਹਿ ਕੇ ਬੰਦਾ ਮੁਕਤ ਨਹੀਂ ਹੁੰਦਾ, ਉਹ ਜਿਉਂਦਾ ਮਰਦਾ ਰਹਿੰਦਾ। ਤਮੋ ਗੁਣੀ ਵੀ ਜੰਮੇ ਮਰੇਗਾ, ਰਜੋ ਗੁਣੀ ਵੀ ਜੰਮੇ ਮਰੇਗਾ, ਸਤੋ ਗੁਣੀ ਵੀ ਜੰਮੇ ਮਰੇਗਾ। ਜੰਮਣ ਮਰ ਤੋਂ ਰਹਿਤ ਤੋਂ, ਜਦ ਇਹਨਾਂ 3 ਤੋਂ ਉੱਪਰ ਹੁੰਦਾ ਚੌਥਾ ਪਦ। ਇਹ 3 ਪਦ ਹੋ ਗਏ। ਸਭ ਤੋਂ ਹੇਠਲਾ ਹੈ ਤਮੋ, ਦੂਜਾ ਹੈ ਰਜੋ, ਤੀਜਾ ਹੈ ਸਤੋ। ਤਮੋ ਗੁਣੀ ਬੰਦੇ ਨੂੰ ਤਾਂ ਗਿਆਨ ਹੀ ਕੋਈ ਨਹੀਂ ਹੁੰਦਾ। ਉਹਨੂੰ ਇਹੀ ਨਹੀਂ ਪਤਾ ਹੁੰਦਾ ਕਿ ਜੋ ਮੈਂ ਕਰ ਰਿਹਾ ਇਹ ਮੇਰੇ ਲਈ ਲਾਭਦਾਇਕ ਹੈ ਕਿ ਨੁਕਸਾਨਦਾਇਕ ਹੈ। ਉਹਨੂੰ ਇਹ ਨਹੀਂ ਪਤਾ ਹੁੰਦਾ। ਬਹੁਤ ਸਾਰੀ ਦੁਨੀਆ ਤਮੋ ਗੁਣੀ ਹੈ, ਉਹਨਾਂ ਨੂੰ ਗਿਆਨ ਹੀ ਨਹੀਂ। ਉਹ ਨਸ਼ੇ ਕਰ ਰਹੇ ਨੇ, ਕੋਈ ਸ਼ਰਾਬ ਪੀ ਰਿਹਾ, ਕੋਈ ਫੀਮ ਖਾ ਰਿਹਾ, ਕੋਈ ਭੁੱਖੀ ਖਾ ਰਿਹਾ, ਕੋਈ ਹੋਰ ਨਸ਼ੇ ਕਰ ਰਿਹਾ ਹੈ। ਉਹਨਾਂ ਨੂੰ ਗਿਆਨ ਹੀ ਨਹੀਂ ਵੀ ਨਸ਼ੇ ਕਰਨੇ ਚਾਹੀਦੇ ਨੇ ਕਿ ਨਹੀਂ ਕਰਨੇ ਚਾਹੀਦੇ, ਗਿਆਨ ਹੀ ਨਹੀਂ। ਇਸ ਲਈ ਉਹ ਆਪਣਾ ਵੀ ਨੁਕਸਾਨ ਕਰਦੇ ਨੇ ਅਤੇ ਸਮਾਜ ਦਾ ਵੀ ਨੁਕਸਾਨ ਕਰਦੇ ਨੇ। ਨਾ ਆਪ ਨੂੰ ਫਾਇਦਾ, ਨਾ ਕਿਸੇ ਹੋਰ ਨੂੰ ਫਾਇਦਾ। ਉਹ ਕਰਮ ਜਿਹੜੇ ਜਿਨ੍ਹਾਂ ਦਾ ਨਾ ਕਰਨ ਵਾਲੇ ਨੂੰ ਫਾਇਦਾ, ਨਾ ਦੂਜਿਆਂ ਨੂੰ ਫਾਇਦਾ, ਇਹੋ ਜਿਹੇ ਲੋਕ ਤਮੋ ਗੁਣੀ ਹੁੰਦੇ ਨੇ।
ਦੂਜੀ ਅਵਸਥਾ ਹੈ ਰਜੋਗੁਣੀ। ਰਜੋਗੁਣੀ ਜਿਹੜਾ ਬੰਦਾ ਹੁੰਦਾ ਹੈ, ਇਹ 'ਚ ਹਉਮੈ ਹੁੰਦੀ ਹੈ। ਉਹ ਹਉਮੈ 'ਚ ਆ ਕੇ ਕਰਮ ਕਰਦਾ ਹੈ। ਉਹ ਐਸੇ ਕਰਮ ਕਰਦਾ ਜਿਸ 'ਚ ਉਹਨੂੰ ਲਾਭ ਹੋਵੇ, ਦੂਜੇ ਦਾ ਭਾਵੇਂ ਨੁਕਸਾਨ ਹੁੰਦਾ ਰਹੇ। ਤਮੋ ਗੁਣੀ ਤਾਂ ਐਸਾ ਹੁੰਦਾ, ਨਾ ਆਪ ਨੂੰ ਕੋਈ ਫਾਇਦਾ ਨਾ ਦੂਜੇ ਨੂੰ ਫਾਇਦਾ। ਰਜੋ ਗੁਣੀ ਜੇ ਹੁੰਦਾ ਵੀ ਉਹਨੂੰ ਆਪ ਨੂੰ ਫਾਇਦਾ ਹੁੰਦਾ, ਦੂਜੇ ਦਾ ਨੁਕਸਾਨ ਕਰਦਾ। ਅੱਜ ਚੁਗਲੀ ਕਰਨ ਵਾਲੇ ਲੋਕ ਨੇ, ਆਪਣੇ ਫਾਇਦੇ ਲਈ ਦੂਜੇ ਦਾ ਨੁਕਸਾਨ ਚੁਗਲੀਆਂ ਕਰ। ਆਮ ਕਹਾਵਤ ਹੈ ਵੀ ਜਿਹੜਾ ਅਫਸਰ ਹੈ ਕੰਨਾਂ ਦਾ ਕੱਚਾ ਹੁੰਦਾ ਹੈ। ਅਫਸਰ ਕੰਨਾਂ ਦਾ ਕੱਚਾ ਹੁੰਦਾ, ਜਿਵੇਂ ਕਿਸੇ ਨੇ ਕਹਿਤਾ ਉਵੇਂ ਮੰਨ ਲੈਂਦਾ। ਇਸੇ ਚੁਗਲਖੋਰਾਂ ਨੂੰ ਮੌਜ ਹੁੰਦੀ ਹੈ, ਉਹ ਦੂਜੇ ਦੇ ਵਿਰੁੱਧ ਗੱਲਾਂ ਕਰਕੇ ਆਪਣਾ ਫਾਇਦਾ ਉਠਾ ਜਾਂਦੇ। ਇਹ ਜਿਹੇ ਨੂੰ ਨਾ ਦਫ਼ਤਰਾਂ ਚਮਚੇ ਵੀ ਕਹਿੰਦੇ ਨੇ। ਇਹ ਅਫਸਰ ਦਾ ਚਮਚਾ ਹੈ, ਚਮਚੇ ਮੌਜਾਂ ਕਰਦੇ ਨੇ। ਦੂਜੇ ਵਿਚਾਰੇ ਜਿਹੜੇ ਵਧੀਆ ਨੇ, ਕੰਮ ਵੀ ਕਰਦੇ ਨੇ, ਉਹ ਮੌਜਾਂ ਨਹੀਂ ਕਰਦੇ, ਉਹ ਕੰਮ ਕਰਦੇ ਨੇ। ਕਈ ਜਿਹੜੇ ਨੇ ਕੱਖ ਨਹੀਂ ਕਰਦੇ, ਅਫਸਰ ਦੇ ਕੋਲ ਹੀ ਫਿਰਦੇ ਫੁਰਦੇ ਰਹਿੰਦੇ ਨੇ, ਚੁਗਲੀ ਨਿੰਦਿਆ ਕਰਕੇ ਆਪ ਮੌਜਾਂ ਕਰਦੇ ਨੇ। ਇਹ ਨਾ ਰਜੋਗੁਣੀ ਲੋਕ ਹੁੰਦੇ ਨੇ। ਇੱਕ ਹੁੰਦਾ ਸਤੋਗੁਣੀ। ਸਤੋਗੁਣੀ ਲੋਕ ਉਹ ਹੁੰਦੇ ਨੇ, ਐਸੇ ਕਰਮ ਕਰਦੇ ਨੇ ਜਿਸ 'ਚ ਉਹਨਾਂ ਨੂੰ ਵੀ ਫਾਇਦਾ ਹੋਵੇ ਅਤੇ ਦੂਜੇ ਦਾ ਨੁਕਸਾਨ ਨਾ ਹੋਵੇ। ਦੂਜੇ ਦਾ ਨੁਕਸਾਨ ਨਾ ਹੋਵੇ, ਹਾਂ ਆਪਣਾ ਫਾਇਦਾ ਹੋਵੇ। ਪਰ ਇਹ ਮਾਇਆ ਦੀ 3 ਗੁਣ ਨੇ। ਜਿਹੜਾ ਮਾਇਆ ਦੇ 3 ਗੁਣਾਂ 'ਚ ਰਹਿੰਦਾ, ਉਹਨੂੰ ਜੰਮਣਾ ਮਰਨਾ ਪੈਂਦਾ ਹੈ। ਇਹਨਾਂ 3 ਗੁਣਾਂ ਤੋਂ ਉੱਪਰ ਫਿਰ ਕਹਿੰਦੇ ਨੇ ਚੌਥਾ ਪਦ, ਉਹਨੂੰ ਕਹਿੰਦੇ ਨੇ ਸਹਿਜ ਅਵਸਥਾ, ਉਹਨੂੰ ਕਹਿੰਦੇ ਨੇ ਉਨਮਨੀ ਅਵਸਥਾ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਦੀ ਅਵਸਥਾ। ਚੌਥੇ ਪਦ 'ਤੇ ਪਹੁੰਚ ਕੇ ਬੰਦਾ ਫਿਰ ਮੁਕਤ ਹੋ ਜਾਂਦਾ, ਜਮਨ ਮਰ ਤੋਂ ਰਹਿਤ ਹੋ ਜਾਂਦਾ। ਤਿਹੋਂ ਗੁਣ ਮੈਂ ਜਾ ਕੋ ਪਰਮਾਏ, ਜਾ ਮੈਨੇ ਜਿਸ ਕੋ ਮੈਨੇ ਨੂੰ। ਪਰਮਾਤਮਾ ਜਿਸ ਨੂੰ 3 ਗੁਣਾਂ 'ਚ ਭਰਮਾਉਂਦਾ ਹੈ, ਜਨਮ ਮਰੈ ਫਿਰ ਆਵੈ ਜਾਏ। ਉਹ ਜੰਮਦਾ ਹੈ, ਮਰਦਾ ਹੈ, ਆਉਂਦਾ ਹੈ, ਜਾਂਦਾ ਹੈ, ਉਹਦੀ ਮੁਕਤੀ ਨਹੀਂ ਹੁੰਦੀ। ਉਹ ਜੰਮਦਾ ਮਰਦਾ ਰਹਿੰਦਾ। ਊਚ ਨੀਚ ਤਿਸ ਕੇ ਅਸਥਾਨ। ਪੰਜਾਬੀ ਦਾ ਸ਼ਬਦ ਹੈ ਉੱਚਾ, ਹਿੰਦੀ ਦਾ ਸ਼ਬਦ ਹੈ ਊਂਚਾ। ਊਚ ਜਿਹੜਾ ਸ਼ਬਦ ਹੈ ਨਾ ਹਿੰਦੀ ਦਾ ਨਾ ਪੰਜਾਬੀ ਦਾ। ਜੇ ਉਹਨਾਂ ਨੂੰ ਬਿੰਦੀ ਲਾ ਦੇ ਊਚ ਤਾਂ ਫਿਰ ਹਿੰਦੀ ਦਾ ਹੋ ਜਾਂਦਾ। ਊਚ ਨੀਚ ਤਿਸ ਕੇ ਅਸਥਾਨ। ਉੱਚੇ ਅਤੇ ਨੀਵੇਂ ਸਾਰੇ ਉਹਦੇ ਹੀ ਥਾਂ ਹਨ। ਭਾਵ ਚੰਗੇ ਮੰਦੇ ਇਹ ਜਿੰਨੇ ਜੀਵ ਨੇ ਸਾਰੇ ਉਸੇ ਦੇ ਹੀ ਹਨ। ਉਹਦਾ ਥਾਂ ਇਸ ਲਈ ਕਿ ਕੋਈ ਇਹਨਾਂ ਦੇ ਵਿੱਚ ਵਸਦਾ, ਕੋਈ ਇਹਨਾਂ ਦੇ ਵਿੱਚ ਵਸਦਾ ਹੈ। ਇਸ ਲਈ ਸਾਰੇ ਉੱਚੇ ਨੀਵੇਂ ਥਾਂ ਉਸੇ ਦੇ ਹੀ ਹਨ। ਜੈਸਾ ਜਨਾਵੈ ਤੈਸਾ ਨਾਨਕ ਜਾਨ। ਜਿਹੋ ਜਿਹਾ ਪਰਮਾਤਮਾ ਆਪਣੇ ਆਪ ਨੂੰ ਕਿਸੇ 'ਤੇ ਪ੍ਰਗਟ ਕਰਦਾ ਹੈ, ਵਿਅਕਤੀ ਉਹਨਾਂ ਕੁ ਹੀ ਉਸ ਨੂੰ ਜਾਣਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤਾਂ ਜਿਹੜਾ ਪੀਰ ਦਸਤਗੀਰ ਸੀ, ਉਹ ਕਹਿੰਦਾ ਵੀ ਸਾਡੇ ਧਰਮ ਦੇ ਵਿੱਚ ਤਾਂ 7 ਅਰਸ਼ ਅਤੇ 7 ਫਰਸ਼, ਭਾਵ 7 ਆਕਾਸ਼ ਅਤੇ 7 ਪਤਾਲ ਲਿਖੇ ਹੋਏ ਨੇ। ਤੁਸੀਂ ਕਹਿੰਦੇ ਹੋ ਲੱਖਾਂ ਹੀ ਨੇ। ਫਿਰ ਦੋਨਾਂ 'ਚ ਠੀਕ ਕੌਣ ਹੋਇਆ? ਗੁਰੂ ਮਹਾਰਾਜ ਕਹਿੰਦੇ ਗੱਲ ਠੀਕ ਗਲਤ ਦੀ ਨਹੀਂ। ਤੁਹਾਡੇ ਮੁਹੰਮਦ ਸਾਹਿਬ ਨੂੰ ਪਰਮਾਤਮਾ ਨੇ 7 ਆਕਾਸ਼ ਅਤੇ 7 ਪਤਾਲ ਵਿਖਾਏ। ਉਹਨਾਂ ਨੇ 7 ਆਕਾਸ਼ ਅਤੇ 7 ਪਤਾਲ ਲਿਖ ਦਿੱਤੇ। ਸਾਨੂੰ ਪਰਮਾਤਮਾ ਨੇ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਵਿਖਾਏ ਨੇ, ਇਸ ਲਈ ਅਸੀਂ ਲੱਖਾਂ ਲਿਖਦੇ ਨੇ। ਸੋ ਪਰਮਾਤਮਾ ਜਿੰਨਾ ਆਪਣੇ ਆਪ ਨੂੰ ਜਨਾਉਂਦਾ ਨਾ, ਪ੍ਰਗਟ ਕਰਦਾ, ਓਨਾ ਹੀ ਜੀਵ ਉਸ ਨੂੰ ਜਾਣ ਸਕਦਾ ਹੈ।
ਸਾਰੇ ਪਰਮਾਤਮਾ ਨੂੰ ਤਾਂ ਅੱਜ ਤੱਕ ਕੋਈ ਜਾਣ ਹੀ ਨਹੀਂ ਸਕਿਆ। ਜਿਵੇਂ ਜਿੰਨਾ ਪਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਹੈ, ਸਾਰੇ ਦਾ ਸਾਰਾ ਤਾਂ ਅੱਜ ਤੱਕ ਕੋਈ ਵਰਤ ਹੀ ਨਹੀਂ ਸਕਿਆ। ਸੰਸਾਰ ਦਾ ਐਡਾ ਵੱਡਾ ਸਾਇੰਸਦਾਨ ਆਇਨਸਟਾਈਨ ਹੋਇਆ, ਉਹ ਕਹਿੰਦਾ ਮੈਂ ਆਪਣੇ ਦਿਮਾਗ ਦਾ ਸਿਰਫ 9% ਵਰਤ ਸਕਿਆ। ਜੇ ਕਿਤੇ ਮੈਨੂੰ ਸਾਰਾ ਦਿਮਾਗ ਵਰਤਣਾ ਆ ਜਾਏ ਤਾਂ ਪਤਾ ਨਹੀਂ ਮੈਂ ਕੀ ਹੋਰ ਖੋਜ ਕਰ ਦਿੰਦਾ। ਇਸ ਲਈ ਪਰਮਾਤਮਾ ਜਿੰਨਾ ਜਿਨਾਉਂਦਾ ਹੈ ਨਾ ਜੀਵ ਨੂੰ, ਇਹਨੂੰ ਓਨਾ ਹੀ ਜਾਣਕਾਰੀ ਹੁੰਦੀ ਹੈ। ਨਾਨਾ ਰੂਪ ਨਾਨਾ ਜਾ ਕੇ ਰੰਗ। ਇੱਕ ਹੁੰਦਾ ਨਾਨਾ, ਮਾਂ ਦਾ ਬਾਪ, ਉਹਦਾ ਉਚਾਰਨ ਨਾਨਾ। ਇਹ ਹੈ ਨਾਨਾ, ਹਿੰਦੀ ਦਾ ਸ਼ਬਦ ਹੈ। ਕਈ ਨਾਨਾ ਰੂਪ ਨਾਨਾ ਜਾ ਕੇ ਰੰਗ, ਜਿਸ ਦੇ ਕਈ ਰੂਪ ਹਨ, ਜਿਸ ਦੇ ਕਈ ਰੰਗ ਹਨ। ਪਰਮਾਤਮਾ ਦੇ ਅਨੇਕਾਂ ਹੀ ਰੂਪ ਨੇ, ਅਨੇਕਾਂ ਹੀ ਰੰਗ ਨੇ। ਨਾਨਾ ਭੇਖ ਕਰਹਿ ਇੱਕ ਰੰਗ। ਇਹਨੂੰ ਕਰੈ ਨਹੀਂ ਪੜ੍ਹਨਾ। ਪਰਮਾਤਮਾ ਇੱਕੋ ਹੀ ਹੈ, ਕਰੈ ਕਰਦਾ ਹੈ। ਕਰੈ ਪੜਾਂਗੇ ਤਾਂ ਕਰਦੇ ਹਨ ਹੋ ਜਾਏਗਾ। ਪਰਮਾਤਮਾ ਦੇ ਅਨੇਕਾਂ ਹੀ ਰੂਪ ਹਨ, ਅਨੇਕਾਂ ਹੀ ਰੰਗ ਹਨ। ਉਹ ਪਰਮਾਤਮਾ ਅਨੇਕਾਂ ਭੇਖ ਕਰਦਾ, ਨਾਨਾ ਭੇਖ, ਅਨੇਕਾਂ ਭੇਖ ਕਰਦਾ। ਭੇਖ ਤੋਂ ਪਤਾ ਲੱਗਦਾ ਕੋਈ ਸਾਧੂ ਵਾਲੇ ਕੱਪੜੇ ਪਾ ਲਿਆ ਕੇ ਸਾਧ ਹੈ ਜੀ, ਜੋਗੀਆਂ ਵਾਲੇ ਕੱਪੜੇ ਪਾ ਦੇ ਅਲ ਕਹਿੰਦੇ ਜੋਗੀ ਹੈ ਜੀ। ਕਿਸੇ ਬੰਦੇ ਨੇ ਆਪਣੀ ਪਿੱਠ ਪਿੱਛੇ ਪੂਛ ਲਾ ਲਈ, ਉੱਤੇ ਹਨੂੰਮਾਨ ਵਰਗਾ ਚੌਖਟਾ ਮੂੰਹ 'ਤੇ ਚੜ੍ਹਾ ਲਿਆ ਹੈ। ਉਹਨੇ ਹਨੂੰਮਾਨ ਦਾ ਭੇਖ ਧਾਰਨ ਕਰ ਲਿਆ ਹੈ। ਹਨੂੰਮਾਨ ਹੈ ਨਹੀਂ, ਪਰ ਹਨੂੰਮਾਨ ਦਾ ਭੇਖ ਧਾਰਨ ਕੀਤਾ ਹੈ। ਮੈਂ 7ਵੀਂ ਪੜ੍ਹਦਾ ਸੀ, ਰਾਮਲੀਲਾ ਵਾਲੇ ਨੇ ਮੈਨੂੰ ਨਾ ਸੀਤਾ ਬਣਾਤਾ, ਰਾਮਲੀਲਾ 'ਚ। ਹੁਣ ਸੀਤਾ ਦਾ ਤਾਂ ਭੇਖ ਸੀ, ਹੈ ਤਾਂ ਜੈਮਲ ਸਿੰਘ ਸੀ, ਹੈ ਤਾਂ ਜੈਮਲ ਸਿੰਘ ਸੀ, ਪਰ ਭੇਖ ਦੇਖਣ ਨੂੰ ਸੀਤਾ ਲੱਗ ਰਿਹਾ ਸੀ। ਐਂ ਪਰਮਾਤਮਾ ਦੇ ਅਨੇਕਾਂ ਹੀ ਭੇਖ ਹਨ, ਉਹਦੇ ਅਨੇਕਾਂ ਭੇਖ ਨੇ, ਪਰ ਇੱਕ ਰੰਗ, ਪਰ ਹੈ ਉਹ ਇੱਕ ਹੀ। ਅਸਲ ਵਿੱਚ ਉਹ ਇੱਕ ਹੀ ਹੈ। ਉਹਦੇ ਰੂਪ ਅਨੇਕਾਂ ਨੇ, ਉਹਦੇ ਰੰਗ ਅਨੇਕਾਂ ਨੇ, ਉਹਦੇ ਭੇਖ ਅਨੇਕਾਂ ਨੇ। ਇਸ ਲਈ ਪੜ੍ਹਿਆ ਕਰੈ ਕੱਕਾ ਰਾੜਿੰਦ ਲਾਵਾਂ ਹਾਹਾ, ਐਂ ਪੜ੍ਹਨਾ, ਬਿੰਦੀ ਲਾ ਕਰ ਨਹੀਂ ਪੜ੍ਹਨਾ। ਨਾਨਾ ਭੇਖ ਕਰੈ ਇੱਕ ਰੰਗ। ਪਰਮਾਤਮਾ ਹੈ ਇੱਕ ਰੰਗੀ, ਪਰ ਉਹ ਭੇਖ ਕਈ ਪ੍ਰਕਾਰ ਦੇ ਕਰਦਾ ਹੈ। ਹੁਣ ਦੇਖੋ ਪਰਮਾਤਮਾ ਨੇ ਭੇਖ ਕਰ ਲਿਆ ਕੁੱਤੇ ਦਾ, ਹੈ ਤੇ ਪਰਮਾਤਮਾ ਭੇਖ ਕਰ ਲਿਆ ਕੁੱਤੇ ਦਾ, ਤੇ ਨਾਮਦੇਵ ਦੀ ਰੋਟੀ ਚੱਕ ਲੈ ਗਏ। ਨਾਮਦੇਵ ਦੀ ਦਿਵਦ੍ਰਿਸ਼ਟੀ ਖੁੱਲ੍ਹੀ ਸੀ, ਉਹਨਾਂ ਭੇਖ ਦੇ ਵਿੱਚ ਵੇਖਿਆ ਵੀ ਜਿਹੜਾ ਇਹਦੇ ਵਿੱਚ ਕੌਣ ਹੈ। ਦੇਖਿਆ ਇਹਦੇ ਵਿੱਚ ਤੇ ਪਰਮਾਤਮਾ ਹੈ, ਇਹ ਤਾਂ ਕੁੱਤਾ ਤਾਂ ਉਹਦਾ ਭੇਖ ਹੈ। ਭੇਖ ਸੱਚ ਨਹੀਂ ਹੁੰਦਾ। ਜਿਹਨੇ ਭੇਖ ਧਾਰਨ ਕੀਤਾ ਅਸਲ ਤੇ ਉਹ ਸੱਚ ਹੁੰਦਾ। ਇਸ ਲਈ ਪਰਮਾਤਮਾ ਦੇ ਅਨੇਕਾਂ ਭੇਖ ਨੇ, ਪਰ ਉਹ ਇੱਕ ਰੰਗ ਹੈ ਇੱਕੋ ਤਰ੍ਹਾਂ ਦਾ। ਨਾਨਾ ਵਿਧ ਕੀਨੋ ਵਿਸਥਾਰ। ਵਿਧ ਹੁੰਦੇ ਵਿਧੀ, ਤਰੀਕੇ। ਪਰਮਾਤਮਾ ਨੇ ਜੇ ਸੰਸਾਰ ਦਾ, ਸ੍ਰਿਸ਼ਟੀ ਦਾ ਵਿਸਥਾਰ ਕੀਤਾ, ਕਈ ਤਰੀਕਿਆਂ ਨਾਲ ਕੀਤਾ। ਕਈ ਤਰੀਕਿਆਂ ਨਾਲ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਇਹਦਾ ਪਸਾਰਾ ਕੀਤਾ। ਪ੍ਰਭ ਅਵਿਨਾਸ਼ੀ ਏਕੰਕਾਰ, ਪਰ ਪਰਮਾਤਮਾ ਦੇ ਅਵਿਨਾਸ਼ੀ ਹੈ। ਅਵਿਨਾਸ਼ੀ ਹੁੰਦਾ ਸਦਾ ਰਹਿਣ ਵਾਲਾ, ਜਿਹੜਾ ਕਦੇ ਨਾਸ਼ ਨਾ ਹੋਵੇ। ਏਕੰਕਾਰ ਹੈ, ਉਹ ਇੱਕੋ ਹੀ ਹੈ। ਏਕੰਕਾਰ ਦੋ ਸ਼ਬਦਾਂ ਤੋਂ ਬਣਿਆ। ਏਕ ਆਕਾਰ, ਏਕ ਆਕਾਰ ਨੂੰ ਜਦੋਂ ਇਕੱਠਾ ਕੀਤਾ ਗਿਆ ਤਾਂ ਹੋ ਗਿਆ ਏਕੰਕਾਰ।
वो परमात्मा जो एकंकार है वो अविनाशी है, वो सदा रहने वाला है। नाना चलित करे खिन माहे, पूरा शब्द है चलित्र। चलित्र तो छोटा बनाया चलित, जिमें पूरा शब्द है पवित्र, उस तो छोटा बनाया पवित्र, वो तो छोटा बनाया पवित्र। इस तरह चलित्र तो छोटा बनाया चलित। चलित भाव कौतक। नाना चलित करे खिन माहे, परमात्मा एक सैकंड विच, खिन हिंदी कहते ने क्षण, गुरबाणी कहते ने खिन, एक सैकंड विच भाव थोड़े जे समय च परमात्मा कई प्रकार के कौतक कर सकता है। वो कई प्रकार के एक सैकड़ च कौतक कर देंगे। पूर रहो पूर्ण सब ठाएं, ठाएं दे थां, पर पूर रहो वस रहा है। पूर्ण परमात्मा पूर्ण है, वो सब थावां ते वसदा है। कोई ऐसी थां नहीं जिथे परमात्मा नहीं वसदा। कोई ऐसी थां नहीं, कोई ऐसी चीज़ नहीं जिस जे परमात्मा नहीं वसदा। कीड़ी तो लैके हाथी तक सब दे विच परमात्मा वसदा। चाहे धरती होवे, चाहे पानी होवे, चाहे आकाश होवे, चाहे पताल होवे, परमात्मा सब दे विच वसदा है। इसलिए पूर्ण पूर रहो सब ठाएं, परमात्मा वो पूर्ण परमात्मा सारियां थावां ते वसदा है। नाना विध कर बनत बनाई, अनेकां तरीक़िਆਂ नाल उसने सारी रचना की। जिहड़ी बनत बनाई, रचना बनाई ना, कई तरीक़िਆਂ नाल की। कई तरीक़िਆਂ नाल उसने परमात्मा सारी रचना की है। ये जीव बनाए ने, पहाड़ बनाए ने, पशु पंछी बनाए ने, मनुख बनाए ने, दरख्त बनाए ने, समुंदर बनाया है, पता नहीं की कुछ बनाया। अनेकां तरीक़िਆਂ नाल परमात्मा ने रचना की है। अपनी कीमत आपे पाई, पर अपनी कीमत वो आप ही पा सकता। अस तो उसकी कीमत ही नहीं पा सकते, तो जो ने बनाया ना उसकी कोई कीमत पा सकते। सो जिमें ब्रह्म ज्ञानी ना, असी ब्रह्म ज्ञानी नूं पूरी तरह नहीं जान सकते। साडा लैवल नीवा है, उहदा लैवल उच्चा है। जिमें प्रोफैसर जे पढ़ावे तो पंजवीं वाला बच्चा नहीं समझ सकता। पंजवीं वाले नूं पढ़ाउण लई अपने आप नूं पंजवीं दे लैवल ते लियाउणा पैंदा, तां असीं उहनूं पढ़ा सकदे, तां उहनूं समझ सकदे हां। जे असीं MA दीयां गल्लां पंजवीं वाले बच्चे नाल करी, उहनूं तां समझ ही कोई नहीं आउणी। जिवें अनपढ़ होवे ते असीं अंग्रेजी बोलण लग जी, उहनूं विचारे नूं पता लगदा की कहंदा है। बाणी दे विच हर प्रकार दी अवस्था वालिਆਂ ਲਈ बाणी लिखी गई। प्राइमरी वालिਆਂ ਲਈ भी, हाई वालिਆਂ ਲਈ भी, कॉलेज वालिਆਂ ਲਈ भी, यूनीवर्सिटी वालिਆਂ ਲਈ भी। भाव ਜਿਹੋ जी किसी की अवस्था हुंदी है, ਉਹਦੇ ਅਨੁਸਾਰ ਹੀ ਉਹਨੂੰ ਬਾਣੀ ਸਮਝ ਆਉਂਦੀ ਹੈ। ਜਿਵੇਂ ਸਾਡੇ ਲਈ ਗੁਰੂਆਂ ਨੇ ਲਿਖਿਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਸਾਰੇ ਲਿਖੇ ਸਾਰਾ ਕੂੜ है, नासवान ने, ना राजे ने रहना है, ना प्रजा ने रहना है, ना इस संसार ने रहना। पर ऊपर भी ली अवस्था वाले लिए गुरु मान लिखे, ये जग सच्चे की है कोठड़ी, सच्चे का विच वास। इतने परमात्मा का वास रहने वाली कोठड़ी है, तो सच्ची है, इतने सदा रहने वाली है, ये कूड़ नहीं है। बंदे नूं समझ नहीं आंदा, एक पासे कहते सब कुछ कूड़ है, दूजे पैसे कहते ये तो परमात्मा दे रहने लई सच्ची कोठड़ी है। जदों लैवल नीवा होवे फिर उस लैवल के लोगों लई गल कीती जांदी, जदों लैवल उच्चा हो जाए फिर उन्हां लई गल कीती जांदी है। इसलिए कोई बाणी च कोई विरोधाभास नहीं है।
ਸਿਰਫ ਹੈ ਆਡੜ ਅਵਸਥਾ ਵਾਲੇ ਲੋਕਾਂ ਲਈ ਆਡੜ ਬਾਣੀ ਲਿਖੀ ਗਈ ਹੈ। ਸੋ ਆਪਣੀ ਕੀਮਤ ਆਪੇ ਪਾਏ। ਸਭ ਘੜ ਤਿਸਕੇ ਸਭ ਤਿਸਕੇ ਠਾਂ, ਸਾਰੇ ਸਰੀਰ ਉਹਦੇ ਨੇ, ਸਾਰੀਆਂ ਥਾਵਾਂ ਉਹਦੀਆਂ ਨੇ। ਘਟ ਮੈਨੇ ਸਰੀਰ, ਘਟ ਮੈਨੇ ਘੜਾ ਵੀ ਹੁੰਦਾ, ਅਤੇ ਘਟ ਮੈਨੇ ਸਰੀਰ ਵੀ ਹੁੰਦਾ, ਅਤੇ ਘਟ ਮੈਨੇ ਹਿਰਦਾ ਵੀ ਹੁੰਦਾ। ਸਭ ਘਟ ਤਿਸਕੇ ਸਭ ਤਿਸਕੇ ਠਾਂ, ਸਾਰੇ ਸਰੀਰ ਉਸਦੇ ਬਣਾਏ ਹੋਏ ਨੇ, ਅਤੇ ਸਾਰੀਆਂ ਥਾਵਾਂ 'ਤੇ ਉਹ ਰਹਿੰਦਾ। ਸਾਰੇ ਥਾਂ ਵੀ ਉਹਦੇ, ਸਾਰੇ ਸਰੀਰ ਵੀ ਉਹਦੇ। ਜਪ ਜਪ ਜੀਵੈ ਨਾਨਕ ਹਰਿ ਨਾਮ। ਗੁਰੂ ਮਹਾਰਾਜ ਕਹਿੰਦੇ ਅਸੀਂ ਤੇ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਉਂਦੇ ਹਾਂ। ਨਾਨਕ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਉਂਦਾ ਹੈ। ਸਿੱਧਾ ਅਰਥ ਹੈ ਨਾਨਕ ਹਰੀ ਦਾ ਨਾਮ ਜਪ ਜਪ ਕੇ ਜਿਉਂਦਾ ਹੈ। ਭਾਵ ਹੈ ਗੁਰੂ ਮਹਾਰਾਜ ਕਹਿੰਦੇ ਅਸੀਂ ਹਰੀ ਦਾ ਨਾਮ ਜਪ ਜਪ ਕੇ ਜਿਉਂਦੇ ਹਾਂ। ਅੱਗੇ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ। ਨਾਮ ਵਿੱਚ ਸ਼ਕਤੀ ਹੁੰਦੀ ਹੈ, ਬਾਣੀ ਵਿੱਚ ਸ਼ਕਤੀ ਹੈ, ਸ਼ਕਤੀ ਹੁੰਦੀ ਹੈ। ਜਦੋਂ ਗੁਰੂ ਨਾਨਕ ਜੀ ਸੁਮੇਰ ਪਰਬਤ ਹੈਗੇ, ਜਿਹਨੂੰ ਅੱਜ ਕੱਲ੍ਹ ਹਿਮਾਲਾ ਪਰਬਤ ਕਹਿੰਦੇ, ਬੜੀ ਉਚਾਈ 'ਤੇ ਜੋਗੀਆਂ ਦੀ ਮੰਡਲੀ ਰਹਿੰਦੀ ਹੈ। ਜਦੋਂ ਗੁਰੂ ਨਾਨਕ ਜੀ ਉਹਨਾਂ ਕੋਲ ਪਹੁੰਚੇ, ਉਹ ਕਹਿੰਦੇ ਵੀ ਤੁਸੀਂ ਕਿਸ ਸ਼ਕਤੀ ਨਾਲ ਇੱਥੋਂ ਤੱਕ ਆਏ ਹੋ? ਵੀ ਸਧਾਰਨ ਬੰਦਾ ਤਾਂ ਆ ਹੀ ਨਹੀਂ ਸਕਦਾ, ਤੁਸੀਂ ਕਿਸ ਸ਼ਕਤੀ ਨਾਲ ਇੱਥੇ ਆਏ ਹੋ? ਉਹ ਕਹਿੰਦੇ ਸੀ ਨਾਮ ਸ਼ਕਤੀ ਨਾਲ ਆਏ ਹਾਂ। ਨਾਮ ਦੇ ਵਿੱਚ ਸ਼ਕਤੀ ਹੁੰਦੀ ਹੈ। ਨਾਮ ਜਪੀ ਜਾਓ ਜਪੀ ਜਾਓ ਜਪੀ ਜਾਓ ਜਪੀ ਜਾਓ, ਤੁਹਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਏ। ਇਹ ਸ਼ਕਤੀਆਂ ਹੀ ਨੇ, ਇਹ ਸ਼ਕਤੀਆਂ। ਗੁਰੂ ਮਹਾਰਾਜ 1100 ਕਿਲੋਮੀਟਰ ਦੀ ਦੂਰੀ 'ਤੇ ਬੈਠੇ ਨੇ। ਭੈਣ ਨਾਨਕੀ, ਜਿਹਨੂੰ ਬੇਬੇ ਨਾਨਕੀ ਕਹਿੰਦੇ, ਕਈ ਇਲਾਕਿਆਂ 'ਚ ਵੱਡੀ ਭੈਣ ਨੂੰ ਬੇਬੇ ਕਹਿੰਦੇ। ਵੱਡੀ ਭੈਣ ਨੂੰ ਕੀ ਕਹਿੰਦੇ ਨੇ? ਬੇਬੇ। ਆਪਾਂ ਬੇਬੇ ਆਮ ਤੌਰ 'ਤੇ ਮਾਂ ਨੂੰ ਕਹਿੰਦੇ ਹਾਂ। ਬੇਬੇ ਨਾਨਕੀ ਜੀ ਪ੍ਰਸ਼ਾਦੇ ਬਣਾ ਰਹੇ ਨੇ। ਜੇ ਅਸੀਂ ਛੋਟੇ ਹੁੰਦੇ ਸੀ ਨਾ, ਜਦੋਂ ਕੋਈ ਪ੍ਰਸ਼ਾਦਾ ਫੁੱਲ ਜਾਣਾ, ਬੜਾ ਵਧੀਆ ਹੋਣਾ, ਤਾਂ ਕਹਿਣਾ ਕੋਈ ਅੱਜ ਪ੍ਰਾਹੁਣਾ ਆਵੇਗਾ, ਵੀ ਕੋਈ ਪ੍ਰਾਹੁਣਾ ਆਵੇਗਾ, ਵੀ ਇੰਨਾ ਪ੍ਰਸ਼ਾਦਾ ਸੋਹਣਾ ਬਣਿਆ, ਕੋਈ ਖਾਣ ਲਈ ਆਏਗਾ। ਬੜਾ ਵਧੀਆ ਪ੍ਰਸ਼ਾਦਾ ਫੁੱਲ ਗਿਆ, ਜੇ ਤਵੇ ਦੇ ਉੱਤੇ ਭੈਣ ਕਹਿੰਦੇ ਇੰਨਾ ਵਧੀਆ ਪ੍ਰਸ਼ਾਦਾ, ਜੇ ਮੇਰਾ ਵੀਰ ਕੋਲ ਹੁੰਦਾ ਮੈਂ ਉਹਨੂੰ ਖਵਾਉਂਦਾ। ਅਤੇ ਗੁਰੂ ਨਾਨਕ ਦੇ ਮਰਦਾਨਾ ਹੀ ਮਰਦਾਨਾ ਜੀ ਅੱਖਾਂ ਮੀਟੋ, ਭੈਣ ਯਾਦ ਕਰਦੇ। ਅੱਖਾਂ ਮੀਟੀ, ਕਹਿੰਦੇ ਖੋਲ੍ਹੋ, ਅਤੇ ਕੀ ਦੇਖਦੇ ਨੇ? ਤਲਵੰਡੀ ਆ ਗਈ ਹੈ। ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਕਹਿੰਦੇ। ਕਾਇਨ ਘਰ ਨੂੰ ਕਹਿੰਦੇ ਨੇ, ਨਾਨਕ ਆਇਨ, ਨਾਨਕ ਆਇਨ, ਇਸੇ ਨਾਨਕ ਆਇਨ ਵੀ ਇਹਨੂੰ ਕਹਿੰਦੇ, ਨਨਕਾਣਾ। ਉਹ ਕਾਹਦੇ ਨਾਲ ਐਡੀ ਛੇਤੀ ਆ ਗਈ? ਨਾਮ ਸ਼ਕਤੀ ਨਾਲ। ਨਾਮ ਸ਼ਕਤੀ ਨਾਲ ਤੁਸੀਂ 1 ਸੈਕਿੰਡ ਦੇ ਵਿੱਚ ਕਿਤੇ ਦਾ ਕਿਤੇ ਜਾ ਸਕਦੇ ਹੋ। ਨਾਮ ਦੀ ਸ਼ਕਤੀ ਨਾਲ ਤੁਸੀਂ ਹਵਾ 'ਚ ਉੱਡ ਵੀ ਸਕਦੇ ਹੋ, ਉੱਡ ਵੀ ਸਕਦੇ ਹੋ। ਜਿਵੇਂ ਜੋਗੀ ਉੱਡ ਉੱਡ ਕੇ ਗੁਰੂ ਮਹਾਰਾਜ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸਨ, ਵੀ ਅਸੀਂ ਉੱਡ ਸਕਦੇ ਹਾਂ, ਅਸੀਂ ਉੱਡ ਸਕਦੇ। ਜਿਵੇਂ ਇੱਕ ਬੰਦੇ ਨੇ 25 ਸਾਲ ਲਾ ਕੇ ਵੀ ਸੋਟੀ ਦੂਰ ਪਈ ਹੈ, ਉਹਨੇ ਜੰਤਰ ਮੰਤਰ ਪੜ੍ਹ ਕੇ ਸੋਟੀ ਰਿਸਕਦੀ ਉਹਦੇ ਕੋਲ ਆ ਰਹੀ ਹੈ। ਉਹ ਇੱਕ ਗ੍ਰਸਤੀ ਦੇ ਘਰ ਆ ਗਿਆ ਹੈ, ਆਪਣੀ ਸ਼ਕਤੀ ਵਿਖਾਉਣ ਲੱਗਾ ਵੀ ਸੋਟੀ ਉਹ ਪਈ ਹੈ, ਮੈਂ ਇਸ ਨੂੰ ਆਪਣੀ ਸ਼ਕਤੀ ਦੇ ਨਾਲ ਇੱਥੇ ਬੈਠਾ ਜ਼ਰੂਰ ਖਿੱਚ ਕੇ ਲਿਆ ਸਕਦਾ। ਲੈਣ ਦੀ ਉਹ ਗ੍ਰਸਤੀ ਕਹਿੰਦਾ
ਵੀ ਤੁਸੀਂ ਇਹ ਸੋਟੀ ਨੂੰ ਉਰਾਂ ਤੱਕ ਲਿਆਉਣ ਲਈ ਕਿੰਨੇ ਸਾਲ ਲਾਏ? ਕਹਿੰਦੇ ਮੈਨੂੰ 25 ਸਾਲ ਲੱਗ ਗਏ। ਕਹਿੰਦੇ ਅੱਛਾ। ਉਹ ਗ੍ਰਸਤੀ ਆਪਣੇ ਲੜਕੇ ਨੂੰ ਕਹਿੰਦੇ ਕਾਕਾ ਸੋਟੀ ਚੱਕ ਕੇ ਲਿਆ, ਅਤੇ ਮੁੰਡਾ ਸੋਟੀ ਚੱਕ ਲਿਆ। ਕਹਿੰਦੇ ਤੁਸੀਂ ਇਸ ਸੋਟੀ ਨੂੰ ਇੱਥੋਂ ਇੱਥੇ ਲਿਆਉਣ ਲਈ 25 ਸਾਲ ਬਰਬਾਦ ਕੀਤੇ ਹੈ। ਉਹ ਕਹਿੰਦੇ ਮੇਰੇ ਮੁੰਡੇ ਨੇ 1 ਮਿੰਟ ਲੈ ਆਂਦੀ। ਕਹਿੰਦੇ ਪੁਰਾਣੇ ਜ਼ਮਾਨੇ 'ਚ ਐਂ ਹੀ ਆਪਣੀ ਸ਼ਕਤੀ ਲਾਈ ਜਾਂਦੇ ਸਨ। ਇਹ ਸ਼ਕਤੀ ਰਾਜਸਥਾਨ ਦੇ ਬਹੁਤ ਵੱਡਾ ਛੱਪੜ ਹੈ ਜਿਹਨੂੰ ਹਿੰਦੀ ਕਹਿੰਦੇ ਜੌਹੜ। ਉਹ ਜੋਗੀਆਂ ਦਾ ਜੌਹੜ ਸੀ। ਜੋਗੀ ਰਹਿੰਦੇ ਸੀ, ਚੌਂਕੜੀ ਮਾਰ ਕੇ ਪਾਣੀ 'ਤੇ ਤਰਦੇ ਰਹਿੰਦੇ ਸਨ। ਲੋਕ ਪ੍ਰਭਾਵਿਤ ਹੁੰਦੇ ਸਨ, ਪਾਣੀ 'ਤੇ ਬੈਠਾ ਚੌਂਕੜੀ ਮਾਰ ਕੇ ਤੁਰੇ। ਇਸ ਤਰ੍ਹਾਂ ਖਾਣ ਪੀਣ ਨੂੰ ਮਿਲੀ ਜਾਂਦਾ ਹੁੰਦਾ ਸੀ। ਗੁਰੂ ਨਾਨਕ ਦੇਵ ਚਲੇ ਗਏ, ਉਹ ਚੌਂਕੜੀ ਮਾਰ ਕੇ ਤੈਰਨ ਲੱਗ ਪਏ, ਪ੍ਰਭਾਵਿਤ ਕਰਨ ਲਈ। ਗੁਰੂ ਨਾਨਕ ਦੇਵ ਕਹਿੰਦੇ ਮਰਦਾਨਾ ਜੀ ਆਹ ਵੱਡਾ ਸਾਰਾ ਪੱਥਰ ਚੱਕੋ, ਇਹ ਵਿੱਚ ਛੱਪੜ ਦੇ ਸੁੱਟ ਦਿਓ। ਮਰਦਾਂ ਨੇ ਸੱਤ ਕਰਤਾਰ ਕਹਿ ਕੇ ਛੱਪੜ ਦੇ ਵੱਡਾ ਸਾਰਾ ਪੱਥਰ ਸੁੱਟਦਾ, ਅਤੇ ਉਹ ਪੱਥਰ ਵੀ ਜੋਗੀ ਵਾਂਗੂ ਤਰਨ ਲੱਗ ਪਿਆ। ਕਹਿੰਦੇ ਜੋਗੀਏ ਤੁਸੀਂ ਤਾਂ ਫਿਰ ਵੀ ਬੰਦੇ ਹੋ, ਇਹ ਤਾਂ ਪੱਥਰ ਤਰ ਸਕਦਾ ਹੈ, ਕਿਉਂ ਆਪਣੀ ਸਾਰੀ ਸ਼ਕਤੀ ਤੁਸੀਂ ਛੋਟੀ ਜਿਹੀ ਗੱਲ 'ਤੇ ਲਾ ਦਿੱਤੀ। ਇਸ ਲਈ ਸਿੱਖ ਨੂੰ ਕਿਹਾ ਤੂੰ ਰਿੱਧੀਆਂ ਸਿੱਧੀਆਂ ਲਈ ਭਜਨ ਬੰਦਗੀ ਨਹੀਂ ਕਰਨੀ, ਇਹ ਤਾਂ ਵੈਸੇ ਹੀ ਮਿਲ ਜਾਣਗੀਆਂ। ਇਹ ਤਾਂ ਜਿਉਂ-ਜਿਉਂ ਤੇਰੀ ਆਤਮਿਕ ਅਵਸਥਾ ਉੱਚੀ ਹੋਵੇਗੀ ਇਹ ਤਾਂ ਵੈਸੇ ਹੀ ਪ੍ਰਾਪਤ ਹੋ ਜਾਣਗੀਆਂ। ਸਾਡਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ, ਇਹ ਤਾਂ ਰਾਹ ਦੀਆਂ ਪ੍ਰਾਪਤੀਆਂ ਨੇ। ਜਿਵੇਂ ਤੁਸੀਂ ਸ਼ਿਮਲੇ ਚੱਲੇ ਹੋ, ਅਜੇ ਸ਼ਿਮਲੇ ਪਹੁੰਚੇ ਨਹੀਂ, 10-15 ਕਿਲੋਮੀਟਰ ਜੇ ਉਰੇ ਹੀ ਹੋ ਤੁਹਾਨੂੰ ਠੰਡ ਲੱਗਣੀ ਸ਼ੁਰੂ ਹੋ ਜਾਏਗੀ ਨਾ। ਹਾਲਾਂਕਿ ਸ਼ਿਮਲੇ ਪਹੁੰਚੇ ਨਹੀਂ, ਪਰ ਠੰਡ ਮਹਿਸੂਸ ਹੋਣ ਲੱਗ ਜਾਏਗੀ। ਇਸੇ ਤਰ੍ਹਾਂ ਹੀ ਸਾਡਾ ਉਦੇਸ਼ ਰੱਬ ਤੱਕ ਪਹੁੰਚਣਾ ਹੈ। ਇਹ ਰਿੱਧੀਆਂ ਸਿੱਧੀਆਂ ਤਾਂ ਰਸਤੇ ਦੇ ਵਿੱਚ ਆਪਣੇ ਆਪ ਹੀ ਆ ਜਾਂਦੀਆਂ ਹਨ। ਇਹਨਾਂ ਲਈ ਭਜਨ ਬੰਦਗੀ ਨਹੀਂ ਕਰਨੀ, ਇਹ ਤਾਂ ਆਪਣੇ ਆਪ ਹੀ ਮਿਲ ਜਾਣੀਆਂ ਹਨ। ਜੇ ਸਾਰਾ ਜ਼ੋਰ ਅਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਲਾਈਏ ਤਾਂ ਇਸ ਜਨਮ ਵਿੱਚ ਗੱਲ ਬਣ ਸਕਦੀ ਹੈ, ਜੇ ਦਾਤਾ ਕਿਰਪਾ ਕਰਦਾ। ਅਸੀਂ ਤਾਂ ਯਤਨ ਕਰਨਾ ਹੈ, ਫਲ ਤਾਂ ਉਹਨੇ ਦੇਣਾ ਹੈ। ਫਲ ਸਾਡੇ ਹੱਥ 'ਚ ਨਹੀਂ, ਫਲ ਸਾਡੇ ਵੱਸ 'ਚ ਨਹੀਂ। ਹਾਂ, ਯਤਨ ਸਾਨੂੰ ਕਰਨ ਦਾ ਹੁਕਮ ਹੈ। ਗੁਰੂ ਮਹਾਰਾਜ ਦਾ ਸਿੱਖ ਨੂੰ ਹੁਕਮ ਹੈ ਤੂੰ ਯਤਨ ਕਰ। ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨਾ, ਉਦਮ ਕਰਨੇ, ਮਿਹਨਤ ਕਰਨੀ ਹੈ, ਇਹ ਸਿੱਖ ਨੂੰ ਹੁਕਮ ਹੈ। ਹੁਣ ਉਹਨੇ ਕਿਰਤ ਕਰਨੀ ਹੈ ਤਾਂ ਕਿਰਤ ਕਰਨ ਲਈ ਉਦਮ ਵੀ ਕਰਨਾ ਪਏਗਾ ਨਾ। ਮੰਨ ਲਓ ਤੁਹਾਨੂੰ ਸਰਕਾਰ ਨੇ ਕਿਹਾ 6 ਵਜੇ ਦਫ਼ਤਰ ਪਹੁੰਚਣਾ, ਪਹੁੰਚੋਗੇ, ਆਪਣੀ ਲੋੜ 'ਤੇ ਪਹੁੰਚੋਗੇ। ਉਦਮ ਕੀਤਾ, ਵੇਲੇ ਸਿਰ ਉੱਠੇ, ਯਤਨ ਕੀਤਾ। ਇਹ ਸਰਕਾਰ ਦੀ ਮਰਜ਼ੀ, ਤੁਸੀਂ ਗਏ ਅਤੇ ਕਹਿੰਦੇ ਨਹੀਂ ਪਈ ਤੇਰੀ ਅੱਜ ਲੋੜ ਨਹੀਂ ਹੈ, ਤੂੰ ਕੱਲ੍ਹ ਨੂੰ ਆਈ, ਵਾਪਸ ਆ ਗਏ। ਉਦਮ ਕੀਤਾ, ਫਲ ਦੇ ਕਿਸੇ ਦੇ ਹੱਥ 'ਚ ਹੈ। ਅਸੀਂ ਉਦਮ, ਸਾਨੂੰ ਉਦਮ ਕਰਨ ਦਾ ਹੁਕਮ ਹੈ। ਉਦਮ ਦੇ ਮਗਰ ਜੋ ਚਿੰਤਾ ਹੈ ਉਹ ਨਹੀਂ ਕਰਨੀ। ਕਹਿੰਦੇ ਬੱਚਾ ਮਿਹਨਤ ਕਰਨ ਨਾਲ ਉਹਨੂੰ ਚਿੰਤਾ ਹੈ ਵੀ ਮੈਂ ਪਾਸ ਹੋ ਜਾਵਾਂ। ਉਹ ਕਹਿੰਦੇ ਨਹੀਂ ਕਾਕਾ, ਤੇਰਾ ਕੰਮ ਮਿਹਨਤ ਕਰਨਾ, ਫਲ ਤਾਂ ਅਸੀਂ ਦੇਣਾ। ਮੈਂ ਆਪ ਦੇਖਿਆ ਜਿਹੜਾ ਪੇਪਰ ਕਈ ਵਾਰੀ ਵਧੀਆ ਨਹੀਂ ਸੀ ਹੁੰਦਾ ਉਹ 'ਚ ਚੰਗੇ ਨੰਬਰ ਆ ਜਾਂਦੇ ਸੀ, ਜਿਹੜਾ ਚੰਗਾ ਹੁੰਦਾ ਸੀ ਉਹ 'ਚ ਕਈ ਵਾਰੀ ਘੱਟ ਨੰਬਰ ਆ ਜਾਂਦੇ ਸੀ। ਤੁਹਾਡੇ ਨਾਲ ਵੀ ਐਂ ਬੀਤਿਆ ਹੋਵੇਗਾ। ਹੁੰਦਾ, ਹੈਰਾਨ ਹੁੰਦਾ। ਜਿਹੜਾ ਪੇਪਰ ਮੈਂ ਟਾਈਫਾਈਡ ਦੇ ਵਿੱਚ MA ਦਾ ਦਿੱਤਾ, ਪਰ ਟਾਈਫਾਈਡ ਸੀ, ਉਦੋਂ ਪਿੰਡ ਹੋਣ ਕਾਰਨ ਮੈਂ ਖੇਸ ਦੀ ਬੁੱਕਲ, ਜੂਨ 'ਚ ਪੇਪਰ ਹੋ ਰਿਹਾ, ਜੂਨ, ਅੱਜ ਦੇ ਮੌਸਮ ਦੇਖੋ ਕਿੰਨੀ ਗਰਮੀ ਪੈ ਰਹੀ ਹੈ, ਜੂਨ 'ਚ ਪੇਪਰ ਹੈ ਅਤੇ ਮੈਂ ਖੇਸ ਦੀ ਬੁੱਕਲ ਮਾਰ ਕੇ ਪੇਪਰ ਦੇ ਰਿਹਾ ਹਾਂ। ਉਹ ਜਿਹੜਾ ਉੱਥੇ ਸੁਪਰਵਾਈਜ਼ਰ ਸੀ ਉਹ ਬੜਾ ਹੈਰਾਨ ਹੋਇਆ। ਕਹਿੰਦੇ ਕਾਕਾ ਕੀ ਗੱਲ ਹੈ, ਤੂੰ ਖੇਸ ਦੀ ਬੁੱਕਲ ਮਾਰੀ ਹੈ? ਵੈਸੇ ਕੱਪੜਾ ਅੰਦਰ ਲਿਜਾਣ ਨਹੀਂ ਨਾ ਦਿੰਦੇ,
ਵੀ ਕੋਈ ਚੀਜ਼ ਲੁਕੋ ਕੇ ਨਾ ਲੈ ਵੇ ਨਕਲ ਮਾਰਨ ਲਈ। ਪਰ ਉਹਨੇ ਦੇਖਿਆ ਵੀ ਇਹ ਮੈਚਿਓਰ ਲੱਗਦਾ ਹੈ, ਕਿਉਂਕਿ ਮੈਂ ਉਸ ਵੇਲੇ ਟੀਚਰ ਲੱਗਾ ਸੀ, ਸ਼ਕਲ ਸੂਰਤ ਮੈਚਿਓਰ ਵੱਡੀ ਉਮਰ ਦਾ ਲੱਗਦਾ ਸੀ। ਇਸ ਲਈ ਉਹਨੇ ਬੜੇ ਪਿਆਰ ਨਾਲ ਪੁੱਛਿਆ। ਮੈਂ ਕਿਹਾ ਜੀ ਮੈਨੂੰ ਟਾਈਫਾਈਡ ਹੋ ਗਿਆ ਹੈ, ਬੁਖਾਰ ਹੈ। ਉਹਨੇ ਹੱਥ ਲਾਇਆ ਮੇਰੀ ਬਾਂਹ 'ਤੇ। ਹਾਂ, ਕਹਿੰਦੇ ਬੁਖਾਰ ਹੈ। ਕਹਿੰਦੇ ਕਾਕਾ ਤੈਨੂੰ ਕਿਸੇ ਦਵਾਈ ਦੀ ਲੋੜ ਹੋਵੇ, ਕੋਈ ਚਾਹ ਦੀ ਲੋੜ ਹੋਵੇ, ਦੁੱਧ ਦੀ ਲੋੜ ਹੋਵੇ, ਸੰਗੀ ਨਾ, ਅਸੀਂ ਤੈਨੂੰ ਲਿਆ ਦੇਂਗੇ, ਸਾਹਮਣੇ ਹੀ ਦੁਕਾਨਾਂ ਨੇ। ਫਿਰ ਉਹਨੇ ਦੇਖਿਆ ਵੀ ਜਿੱਥੇ ਇਹਦੀ ਸੀਟ ਹੈ ਉਹਦੇ ਉੱਤੇ ਪੱਖਾ ਹੈ, ਇਹਨੂੰ ਤਾਂ ਹੋਰ ਠੰਡ ਲੱਗੇਗੀ। ਉਹ ਕਹਿੰਦਾ ਵੀ ਮੈਂ ਹੁਣ ਪੱਖਾ ਵੀ ਨਹੀਂ ਬੰਦ ਕਰ ਸਕਦਾ, ਦੂਜੇ ਰੌਲਾ ਪਾਉਣਗੇ ਵੀ। ਹੈ ਸੋਚ ਕੇ ਉਹਨੇ ਕਿ ਮੇਜ਼ ਅਤੇ ਕੁਰਸੀ ਪੀਣ ਤੋਂ ਮੰਗਵਾਈ, ਅਤੇ ਜਿਵੇਂ ਖੂੰਜਾਂ ਦਾ ਕੋਣਾ ਕਮਰੇ ਦਾ ਉੱਥੇ ਡਾਹਤੀ ਵੀ ਇੱਥੇ ਤੈਨੂੰ ਹਵਾ ਘੱਟ ਲੱਗੇਗੀ। ਪੇਪਰ ਮੈਨੂੰ ਮਿਲ ਗਿਆ, ਮੈਂ ਪੜ੍ਹ ਲਿਆ। ਉਹ ਮੇਰੇ ਕੋਲ ਆਇਆ, ਕਹਿੰਦੇ ਕਾਕਾ ਪੇਪਰ ਆਉਂਦਾ? ਮੈਂ ਹਾਂ ਜੀ ਪੇਪਰ ਮੈਨੂੰ ਆਉਂਦਾ ਹੈ। ਕਹਿੰਦੇ ਸੰਗਣਾ ਨੇ ਕੋਈ ਚੀਜ਼ ਚਾਹੀਦੀ ਹੋਵੇ, ਚਾਹ ਪਾਣੀ ਦੁੱਧ, ਦੱਸਣਾ ਹੈ। ਹਮਦਰਦੀ ਹੋ ਗਈ ਨਾ ਵੀ ਬੰਦੇ ਨੂੰ ਇੰਨਾ ਬੁਖਾਰ ਚੜ੍ਹਿਆ, ਉੱਤੇ ਖੇਸ ਦੀ ਬੁੱਕਲ ਮਾਰੀ ਹੋਈ ਹੈ, ਪੇਪਰ ਦੇਣ ਆਇਆ ਹੈ। ਸਭ ਤੋਂ ਵੱਧ ਮੇਰੇ ਨੰਬਰ 4 ਪੇਪਰ ਹੁੰਦੇ ਨੇ ਐਮ ਏ ਦੇ, ਉਸ ਪੇਪਰ 'ਚ ਮੇਰੀ ਫਸਟ ਕਲਾਸ ਆਈ, ਨਹੀਂ ਤਾਂ ਬਾਕੀ ਤਿੰਨਾਂ 'ਚ ਸੈਕੰਡ ਡਿਵੀਜ਼ਨ ਰਹਿ ਗਈ। ਉਹ 'ਚ ਫਸਟ ਡਿਵੀਜ਼ਨ ਮੇਰੀ ਆਈ। ਦਾਤੇ ਦੀ ਮਰਜ਼ੀ ਹੈ। ਜਦੋਂ ਬੁਖਾਰ ਉਤਰ ਗਿਆ, ਜਿਹੜੇ ਪੇਪਰ ਦਿੱਤੇ ਉਹਨੇ ਨੰਬਰ ਨਹੀਂ ਆਏ, ਜਿਹੜੇ ਬੁਖਾਰ ਦੇ ਵਿੱਚ ਮੈਂ ਪੇਪਰ ਦਿੱਤੇ ਜਿਹੜੇ ਉਹ ਨੰਬਰ ਆ ਗਏ। ਸਾਡਾ ਕੰਮ ਹੈ ਯਤਨ ਕਰਨਾ, ਫਲ ਉਸਨੇ ਦੇਣਾ। ਵੱਧ ਦਿੰਦਾ ਹੈ, ਘੱਟ ਦਿੰਦਾ ਹੈ, ਛੇਤੀ ਦਿੰਦਾ ਹੈ, ਦੇਰ ਨਾਲ ਦਿੰਦਾ ਹੈ, ਇਹ ਉਹਦੀ ਮਰਜ਼ੀ ਹੈ। ਹਾਂ, ਸਾਨੂੰ ਯਤਨ ਕਰਨ ਦਾ ਜ਼ਰੂਰ ਹੁਕਮ ਹੈ। ਜਦੋਂ ਅਸੀਂ ਬ੍ਰਹਮ ਗਿਆਨ ਦੀ ਅਵਸਥਾ 'ਤੇ ਪਹੁੰਚ ਜਾਵਾਂਗੇ, ਫਿਰ ਬਾਣੀ ਕਹਿੰਦੀ ਯਤਨ ਵੀ ਪਰਮਾਤਮਾ ਨੇ ਕਰਾਇਆ ਤੇਰੇ ਤੋਂ, ਅਤੇ ਫਲ ਵੀ ਉਹਨੇ ਦਿੱਤਾ। ਤੂੰ ਕੌਣ ਸੀ ਯਤਨ ਕਰਨ ਵਾਲਾ ਜੇ ਉਹ ਨਾ ਕਰਵਾਉਂਦਾ? ਜਿਸ ਜੋਤਸ਼ੀ ਨੇ ਮੈਨੂੰ ਕਿਹਾ ਸੀ ਵੀ ਤੇਰੀ ਪੜ੍ਹਾਈ ਦੀ ਲਾਈਨ ਬਿਲਕੁਲ ਕਲੀਅਰ ਹੈ, ਜਿੰਨਾ ਮਰਜ਼ੀ ਪੜ੍ਹ ਲੈ, ਤੂੰ ਫੇਲ ਨਹੀਂ ਹੋਵੇਗਾ ਕਿਸੇ ਵੀ ਜਮਾਤ, ਨਾ ਕਿਸੇ ਪੇਪਰ ਵਿੱਚ। ਮੈਂ 10ਵੀਂ ਤੋਂ ਬਸ ਆਪਣੀ ਸਾਰੀ ਪੜ੍ਹਾਈ ਪ੍ਰਾਈਵੇਟ ਲਈ ਕੀਤੀ ਹੈ। ਉਦੋਂ ਕੋਰਸਪੋਂਡੈਂਸ ਵੀ ਨਹੀਂ ਸੀ ਹੁੰਦਾ, ਗਾਈਡਾਂ ਲੈ ਲੂ ਕਿ ਮੈਂ ਆਪ ਟੀਚਰ ਉਸ ਵੇਲੇ ਲੱਗਾ ਸੀ, ਇਸ ਲਈ ਸਕੂਲ ਕਾਲਜ ਵੀ ਨਹੀਂ ਸੀ ਕੋਈ ਹੈ। ਉਹਨੇ ਮੈਨੂੰ ਕਿਹਾ ਵੀ ਤੁਸੀਂ ਫੇਲ ਹੋ ਹੀ ਨਹੀਂ ਸਕਦੇ। ਮੈਂ ਉਹਨੂੰ ਕਿਹਾ, ਜਿੱਦੇ ਬੁਖਾਰ ਪੇਪਰ ਹੋਣਾ ਸੀ ਇੱਕ ਦਿਨ ਪਹਿਲਾਂ, ਮੈਂ ਉਹਦੇ ਕੋਲ ਗਿਆ ਵੀ ਮੇਰੀ ਸਲਾਹ ਵੀ ਬੁਖਾਰ ਬਹੁਤ ਹੈ, ਮੈਂ ਡਰੋਪ ਕਰਦਾ। ਕਹਿੰਦਾ ਨਹੀਂ ਜੀ, ਇਹ ਗਲਤੀ ਨਹੀਂ ਕਰਨੀ, ਤੁਹਾਡੀਆਂ ਰੇਖਾਵਾਂ ਇੰਨੀਆਂ ਜ਼ਬਰਦਸਤ ਨੇ ਪੜ੍ਹਾਈ ਦੀਆਂ ਕਿ ਕਿਤੇ ਫੇਲ ਹੋਣਾ ਲਿਖੇ ਨਹੀਂ, ਤੁਸੀਂ ਬਸ ਬਹਿ ਜਾਓ ਪੇਪਰ 'ਚ। ਅਤੇ ਮੈਂ ਬਹਿ ਗਿਆ ਅਤੇ ਫਸਟ ਡਿਵੀਜ਼ਨ ਲੈ ਗਿਆ। ਸੋ ਇਸ ਲਈ ਸਾਡਾ ਕੰਮ ਹੈ ਯਤਨ ਕਰਨਾ। ਜਦੋਂ ਫਿਰ ਮੈਂ ਬਾਅਦ 'ਚ ਦੇਖਿਆ ਵੀ ਉਹ ਇਹ ਤਾਂ ਪਰਮਾਤਮਾ ਹੀ ਮੈਨੂੰ ਲੈ ਕੇ ਗਿਆ, ਨਹੀਂ ਤਾਂ ਮੈਂ ਪਰਮਾਤਮਾ ਜੋਤਸ਼ੀ ਰਾਹੀਂ ਬੋਲਿਆ ਮੈਨੂੰ ਵੀ ਤੂੰ ਜਾ। ਇਸ ਲਈ ਸਾਡਾ ਕੰਮ ਹੈ ਮਿਹਨਤ ਕਰਨਾ, ਬਾਕੀ ਚਿੰਤਾ ਨਹੀਂ ਕਰਨੀ, ਉਹ ਪਰਮਾਤਮਾ ਦੇ ਛੱਡ ਦੇਣੀ ਹੈ। ਸਾਨੂੰ ਹੁਕਮ ਹੈ ਮਿਹਨਤ ਕਰਨ ਦਾ, ਫਲ ਉਸਨੇ ਲਾਉਣਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ। ਇਹ ਸਾਰੇ ਜਿਹੜੇ ਜੀਵ ਜੰਤੂ ਨੇ ਇਹ ਨਾਮ ਸ਼ਕਤੀ ਨਾਲ ਹੀ ਬਣੇ ਨੇ। ਧਾਰੇ ਮੈਨੇ ਬਣਾਏ ਗਏ, ਨਾਮ 'ਚ ਸ਼ਕਤੀ ਹੁੰਦੀ ਹੈ। ਦੇਖੋ ਬਾਣੀ 'ਚ ਵੀ ਸ਼ਕਤੀ ਹੁੰਦੀ ਹੈ ਅਤੇ ਨਾਮ ਵਿੱਚ ਵੀ ਸ਼ਕਤੀ ਹੁੰਦੀ ਹੈ। ਆ ਬਾਣੀ ਹੈ ਨਾ, ਸਾਡਾ ਗੁਰੂ ਕੌਣ ਹੈ? ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ 'ਚ ਇੰਨੀ ਸ਼ਕਤੀ ਹੈ ਕਿ ਜਿਹੜਾ ਸਾਹਮਣੇ ਇਸ ਬਾਣੀ ਦੇ ਗੁਰੂ ਗ੍ਰੰਥ ਆਉਂਦਾ ਉਹੀ ਮੱਥਾ ਟੇਕਦਾ, ਉਹੀ ਮੱਥਾ ਟੇਕਦਾ। ਫਿਰ ਇਹ ਜੇ ਨਾਮ ਹੈ ਨਾ, ਨਾਮ ਬਾਣੀ 'ਚ ਸ਼ਕਤੀ ਹੀ ਇੰਨੀ ਹੈ ਕਿ ਵੱਡਿਆਂ ਨੂੰ ਝੁਕਾਉਂਦੀ ਹੈ। ਆ ਜਿਹੜੇ ਪਹੁੰਚੇ ਹੈ ਮਹਾਂਪੁਰਖ ਦੇ, ਐਵੇਂ ਨਹੀਂ ਦੁਨੀਆ ਉਹਨਾਂ ਦੇ ਮੱਥੇ ਟੇਕਦੀ। ਸਰੀਰ ਨੂੰ ਕੋਈ ਨਹੀਂ ਮੱਥੇ ਟੇਕਿਆ ਕਰਦਾ।
ਸਰੀਰਾਂ ਨੂੰ ਕੋਈ ਮੱਥੇ ਨਹੀਂ ਟੇਕਦਾ। ਉਹਨਾਂ ਸਰੀਰਾਂ ਦੇ ਨਾਮ ਬਾਣੀ ਹੈ, ਅਤੇ ਨਾਮ ਬਾਣੀ ਦੀ ਤਾਕਤ ਜਿਹੜੀ ਹੈ ਉਹ ਦੂਜਿਆਂ ਨੂੰ ਝੁਕਾਤੀ ਹੈ। ਬਸ ਹੋਰ ਇਸ ਲਈ ਨੁਕਤਾਚੀਨੀ ਨਹੀਂ ਕਰਨੀ ਕਿ ਲੋਕ ਸਾਧੂ ਨੂੰ ਮੱਥੇ ਕਿਉਂ ਟੇਕਦੇ ਨੇ। ਕਈਆਂ ਨੂੰ ਬੜਾ ਵਿਚਾਰ ਤਕਲੀਫ ਹੁੰਦੀ ਹੈ ਜਦੋਂ ਅਸੀਂ ਕਿਸੇ ਮਹਾਤਮਾ ਨੂੰ ਮੱਥਾ ਟੇਕਦੇ ਹਾਂ। ਹੁਣ ਬੜੀ ਤਕਲੀਫ ਹੁੰਦੀ ਹੈ ਵੀ ਨਹੀਂ, ਮੱਥਾ ਸਿਰਫ ਗੁਰੂ ਨੂੰ ਟੇਕਣਾ, ਹੋਰ ਕਿਸੇ ਨੂੰ ਮੱਥਾ ਨਹੀਂ ਟੇਕਣਾ। ਹਾਂ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਅਸੀਂ ਕਿਸੇ ਬੰਦੇ ਨੂੰ ਮੱਥਾ ਨਹੀਂ ਟੇਕਣਾ, ਚਾਹੇ ਕਿੱਡੇ ਵੱਡਾ ਜੇ। ਸਤ ਸੰਗਤ ਚੱਲ ਰਹੀ ਹੈ, ਗੁਰੂ ਮਹਾਰਾਜ ਬਿਰਾਜਮਾਨ ਨੇ। ਭਾਵੇਂ ਕਿੱਡਾ ਹੀ ਵੱਡਾ ਸੰਤ ਮਹਾਤਮਾ ਆ ਜਾਏ, ਕਿੱਡਾ ਵੱਡਾ ਕੋਈ ਲੀਡਰ ਆ ਜਾਏ, ਭਾਵੇਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਆ ਜਾਏ, ਸੰਗਤ ਨੂੰ ਹੁਕਮ ਹੈ ਤੁਸੀਂ ਉੱਠਣਾ ਨਹੀਂ ਹੈ। ਤੁਸੀਂ ਨਹੀਂ ਉੱਠਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਕਿਸੇ ਨੂੰ ਮੱਥਾ ਨਹੀਂ ਟੇਕਣਾ। ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਹੈਗੇ, ਉੱਥੇ ਮਹਾਂਪੁਰਖਾਂ ਦੀ ਦੁਨੀਆ ਸਤਿਕਾਰ ਕਰਦੀ ਹੈ, ਅਤੇ ਸਭ ਤੋਂ ਵੱਡਾ ਸਤਿਕਾਰ ਹੁੰਦਾ ਮੱਥਾ ਟੇਕ ਕੇ। ਫਤਿਹ ਬੁਲਾਉਣਾ ਬਰਾਬਰੀ ਹੁੰਦੀ ਹੈ। ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਬਰਾਬਰ ਬਣਾਇਆ, ਸਾਰਿਆਂ ਨੂੰ ਇੱਕ ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾਇਆ ਕਰੋ। ਹਰ ਬੰਦਾ ਚਾਹੁੰਦਾ ਕਿ ਮੈਨੂੰ ਮਹਾਂਪੁਰਖਾਂ ਤੋਂ ਆਸ਼ੀਰਵਾਦ ਮਿਲੇ। ਫਤਿਹ ਬੁਲਾਉਣ ਨਾਲ ਆਸ਼ੀਰਵਾਦ ਨਹੀਂ ਮਿਲਿਆ ਕਦੇ, ਯਾਦ ਰੱਖਣਾ। ਉਹ ਕਹਿੰਦੇ ਆਪਾਂ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਉਹ ਕਹਿੰਦੇ ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਅਸੀਸ ਤਾਂ ਮਿਲੀ ਨਾ। ਅਸੀਸ ਤਾਂ ਉਦੋਂ ਮਿਲੇ ਜਦ ਅਸੀਂ ਸਿਰ ਝੁਕਾਵਾਂਗੇ ਉਹਨਾਂ ਅੱਗੇ। ਜਦੋਂ ਉਹਨਾਂ ਅੱਗੇ ਸਿਰ ਝੁਕਾਵਾਂਗੇ ਔਰ ਉਹਨਾਂ ਕੋਲ ਮੱਥਾ ਟੇਕਾਂਗੇ, ਸਾਡੇ ਸਿਰ 'ਤੇ ਉਹ ਹੱਥ ਧਰਨਗੇ, ਮੂੰਹ ਕੋਈ ਅਸੀਸ ਨਿਕਲੇਗੀ। ਅਸੀਸ ਲੈਣ ਲਈ ਝੁਕਣਾ ਪੈਂਦਾ। ਹਾਂ, ਬਰਾਬਰ ਦੇਣ ਠੀਕ ਹੈ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾਓ। ਸੋ ਜਿਹੜਾ ਸਰੀਰਾਂ ਨੂੰ ਕੋਈ ਨਹੀਂ ਮੱਥੇ ਟੇਕਿਆ ਕਰਦਾ, ਉਹਨਾਂ ਸਰੀਰਾਂ ਜੋ ਨਾਮ ਬਾਣੀ ਹੈ ਨਾ, ਉਹਦਾ ਸਤਿਕਾਰ ਹੈ। ਸਰੀਰਾਂ ਕਰਕੇ ਕੋਈ ਨਹੀਂ ਟੇਕਦਾ। ਨਾਮ ਕੇ ਧਾਰੇ ਸਗਲੇ ਜੰਤ, ਇਹ ਨਾਮ ਦੀ ਸ਼ਕਤੀ ਨਾਲ ਹੀ ਪਰਮਾਤਮਾ ਨੇ ਸਾਰੇ ਜੀਵ ਜੰਤੂ ਬਣਾਏ ਨੇ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਨਾਮ ਸ਼ਕਤੀ ਨਾਲ ਹੀ ਖੰਡ ਬ੍ਰਹਿਮੰਡ ਬਣੇ ਹਨ। ਧਾਰੇ ਮੈਨੇ ਬਣਾਏ ਗਏ, ਨਾਮ ਸ਼ਕਤੀ ਦੇ ਨਾਲ ਹੀ ਖੰਡ ਬ੍ਰਹਿਮੰਡ ਬਣਾਏ ਗਏ ਹਨ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਹਿੰਦੂ ਧਰਮ ਅਨੁਸਾਰ 27 ਸਿਮਰਤੀਆਂ ਹੋਈਆਂ, 4 ਵੇਦ ਨੇ, 18 ਪੁਰਾਣ ਨੇ। ਇਹ ਨਾਮ ਸ਼ਕਤੀ ਨਾਲ ਹੀ ਹੋਂਦ 'ਚ ਆਏ ਨੇ। ਜਿਨ੍ਹਾਂ ਕੋਲ ਨਾਮ ਸੀ ਨਾ, ਉਹਨਾਂ ਨੇ ਸਿਮਰਤੀਆਂ ਲਿਖੀਆਂ, ਉਹਨਾਂ ਵੇਦ ਲਿਖੇ, ਉਹਨਾਂ ਪੁਰਾਣ ਲਿਖੇ। ਅਤੇ ਜਿਨ੍ਹਾਂ ਕੋਲ ਨਾਮ ਸ਼ਕਤੀ ਜੋ ਫਿਰ ਲਿਖਦੇ ਨਾ, ਉਹ ਫਿਰ ਜੋ ਲਿਖਦੇ ਨੇ ਉਹ ਲਿਖਤ ਦਾ ਸਤਿਕਾਰ ਹੁੰਦਾ। ਆ ਗੁਰੂ ਮਹਾਰਾਜ ਕੋਲ ਨਾਮ ਸ਼ਕਤੀ ਸੀ, ਉਹਨਾਂ ਨੇ ਬਾਣੀ ਲਿਖੀ, ਉਹ ਸ਼ਕਤੀ ਬਾਣੀ 'ਚ ਆ ਗਈ। ਬਾਣੀ ਦਾ ਸਤਿਕਾਰ ਹੈ। ਕੋਈ ਝੂਠੇ ਹੱਥ ਨਹੀਂ ਲਾਉਂਦਾ, ਕੋਈ ਝੂਠੇ ਹੱਥਾਂ ਨਾਲ ਗੁਰੂ ਗ੍ਰੰਥ ਦਾ ਅੰਗ ਨਹੀਂ ਪਲਟਦਾ। ਸਤਿਕਾਰ ਹੈ, ਕਿਉਂ? ਇਹ ਬਾਣੀ ਹੈ, ਅਤੇ ਬਾਣੀ ਵਿੱਚ ਤਾਕਤ ਹੈ। ਤਾਕਤ ਅੱਗੇ ਸਾਰੀ ਦੁਨੀਆ ਝੁਕਦੀ ਹੈ। ਅਮਰੀਕਾ ਕੀ ਹੈ? ਇਹ ਤਾਂ ਨਹੀਂ ਵੀ ਟਰੰਪ ਦੇ ਵਿੱਚ ਬੜੀ ਤਾਕਤ ਹੈ, 2-4 ਬੰਦੇ ਢਾਹ ਲੇਗਾ, ਇਹ ਨਹੀਂ ਹੈ। ਉਹਨਾਂ ਕੋਲ ਤਾਕਤ ਹੈ, ਉਹ ਅੱਧੇ ਘੰਟੇ ਸਾਰੀ ਦੁਨੀਆ ਨੂੰ ਤਹਿਸ ਨਹਿਸ ਕਰ ਸਕਦੇ ਨੇ। ਇਸ ਲਈ ਸਾਰੇ ਦੇਸ਼ ਅਮਰੀਕਾ ਤੋਂ ਡਰਦੇ ਹਨ। ਅਮਰੀਕਾ ਤੋਂ ਡਰਦੇ, ਉਹਨਾਂ ਕੋਲ ਤਾਕਤ ਹੈ। ਤਾਕਤ ਵੱਡਿਆਂ ਨੂੰ ਝੁਕਾ ਦਿੰਦੀ ਹੈ। ਜਿਹੜਾ ਸਾਡੇ ਤੋਂ ਵੱਧ ਤਾਕਤਵਰ ਹੈ, ਸਾਨੂੰ ਉਹਦੀ ਗੱਲ ਮੰਨਣੀ ਪੈਣੀ ਹੈ, ਨਹੀਂ ਤਾਂ ਫਿਰ ਸਾਡਾ ਕੁਟਾਪਾ ਕਰੇ ਜਾਂ ਕਤਲ ਕਰ ਦੇਗਾ। ਤੂੰ ਸਾਡੇ ਤੋਂ ਤਕੜਾ। ਇਹ ਨਾਮ, ਇਹ ਬਾਣੀ, ਇਹ ਤਾਕਤਵਰ ਹੈ। ਨਾਮ ਦੇ ਵਿੱਚ ਸ਼ਕਤੀ ਹੈ, ਨਾਮ ਦੇ ਵਿੱਚ ਤਾਕਤ ਹੈ। ਕਈ ਸਾਲਾਂ ਦੀ ਗੱਲ ਹੈ, ਅੰਮ੍ਰਿਤਸਰ ਦੀ ਇੱਕ ਬੀਬੀ ਆਈ, ਕਹਿੰਦੇ ਬਾਬਾ ਜੀ ਜਿਹੜਾ ਸਾਡਾ ਕਿਰਾਏਦਾਰ ਹੈ, ਨਾ ਕਿਰਾਇਆ ਦਿੰਦਾ ਨਾ ਮਕਾਨ ਛੱਡਦਾ।
ਕਹਿੰਦਾ 40,000 ਦਿਓ ਤਾਂ ਮੈਂ ਮਕਾਨ ਛੱਡਾਂਗਾ ਤੁਹਾਡਾ। 6 ਮਹੀਨੇ ਦਾ ਕਿਰਾਇਆ ਵੀ ਨਹੀਂ ਦਿੰਦਾ, ਮਕਾਨ ਵੀ ਨਹੀਂ ਖਾਲੀ ਕਰਦਾ। ਮੈਂ ਹੁਕਮਨਾਮਾ ਲਿਆ, ਉਹ ਚੱਕ ਕੇ ਕਰ ਜੇਗਾ ਖਾਲੀ। ਮੈਂ ਉਹਨਾਂ ਨੂੰ ਪਾੜ ਦਿੱਤਾ, ਮੈਂ ਆਹ ਪਾੜ ਤੁਸੀਂ 40 ਦਿਨ ਕਰਨਾ। 39ਵੇਂ ਦਿਨ ਉਹਨੇ ਆਪਣਾ ਸਾਰਾ ਸਮਾਨ ਬੰਨ੍ਹਿਆ, 4 ਵੀਲਰ ਸੱਦਿਆ ਅਤੇ ਉਹਨਾਂ ਨੇ ਕਹਿੰਦਾ ਮੈਂ ਚੱਲਿਆ ਜੀ, ਤੁਹਾਡਾ ਮਕਾਨ ਖਾਲੀ ਹੈ, ਮਕਾਨ ਖਾਲੀ ਕਰ ਚਲੇ ਗਏ। ਉਹਨਾਂ ਨੂੰ ਇੱਕੋ ਗੱਲ ਕਹੀ, 40 ਦਿਨ ਤੁਸੀਂ ਉਸ ਨੂੰ ਕੁਛ ਨਹੀਂ ਕਹਿਣਾ, ਕਿਰਾਏਦਾਰ ਨੂੰ ਕੁਛ ਨਹੀਂ ਕਹਿਣਾ, ਖਾਲੀ ਕਰ ਦੇ ਜਾਂ ਕਿਰਾਇਆ ਦੇ ਨਾ, ਚਲੇ ਗਏ। ਫਿਰ ਉਹਨੂੰ ਸਮਝ ਆਈ ਵੀ ਬਾਬਾ ਜੀ ਬਾਣੀ 'ਚ ਇਤਨੀ ਤਾਕਤ ਹੈ। ਮੈਂ ਹਾਂ, ਇਹ ਤਾਕਤ ਹੈ ਬਾਣੀ ਦੀ। ਬਾਣੀ ਨੇ ਅੱਗੋਂ ਉਹਦੇ ਵਿਚਾਰ ਹੀ ਬਦਲ ਦੇਣੇ ਨੇ, ਉਹਦੇ ਵਿਚਾਰ ਹੀ ਬਦਲਤੇ ਵੀ ਕਾਹਨੂੰ ਰੋਜ਼ ਰੋਜ਼ ਦਾ ਆਪਾਂ ਤੂੰ ਮੈਂ ਕਰਨੀ, ਛੱਡੋ ਯਾਰ ਕਿਤੇ ਹੋਰ ਚਲੇ ਜਾਓ, ਬਸ ਮਨ 'ਚ ਆ ਗਿਆ ਤੂੰ ਛੱਡ ਕੇ ਚਲੇ ਗਿਆ। ਸੋ ਇਹ ਨਾਮ ਹੈ। ਕਹਿੰਦੇ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਇਹ ਸਿਮਰਤੀਆਂ ਵੇਦ ਪੁਰਾਣ ਇਹ ਨਾਮ ਸ਼ਕਤੀ ਨਾਲ ਹੀ ਰਚੇ ਗਏ ਹਨ। ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਜਿਹੜੇ ਅਸੀਂ ਧਾਰਮਿਕ ਗ੍ਰੰਥਾਂ ਨੂੰ ਸੁਣ ਰਹੇ ਹਾਂ, ਜਿਹੜਾ ਉਹਨਾਂ ਦਾ ਗਿਆਨ ਹਾਸਲ ਕਰ ਰਹੇ ਹਾਂ, ਜਿਹੜਾ ਧਿਆਨ ਨਾਲ ਉਹਨਾਂ ਨੂੰ ਪੜ੍ਹ ਰਹੇ ਹਾਂ, ਇਹ ਸਭ ਨਾਮ ਸ਼ਕਤੀ ਦਾ ਹੈ। ਨਾਮ ਕੇ ਤਾਰੇ ਆਗਾਸ ਪਾਤਾਲ, ਆਗਾਸ ਭਾਵ ਆਕਾਸ਼ ਜਿਹੜੀ ਉੱਪਰਲੀਆਂ ਧਰਤੀਆਂ ਨੇ, ਪਾਤਾਲ ਜਿਹੜੀਆਂ ਹੇਠਲੀਆਂ ਧਰਤੀਆਂ ਨੇ। ਨਾਮ ਸ਼ਕਤੀ ਦੇ ਨਾਲ ਹੀ ਆਕਾਸ਼ ਬਣੇ ਨੇ, ਨਾਮ ਸ਼ਕਤੀ ਦੇ ਨਾਲ ਹੀ ਪਤਾਲ ਬਣਾਏ ਗਏ ਨੇ। ਨਾਮ ਕੇ ਧਾਰੇ ਸਗਲ ਆਕਾਰ, ਸਾਰੇ ਆਕਾਰ ਪਰਮਾਤਮਾ ਦੀ ਨਾਮ ਸ਼ਕਤੀ ਨਾਲ ਹੀ ਬਣੇ ਨੇ। ਜਿਹੜਾ ਇਹਨਾਂ ਅੱਖਾਂ ਨਾਲ ਦਿਸੇ ਉਹ ਆਕਾਰ ਹੈ, ਜਿਹੜਾ ਨਾ ਦਿਸੇ ਉਹ ਨਿਰਾਕਾਰ ਹੈ, ਉਹ ਦਿਸਦਾ ਨਹੀਂ ਹੈ। ਜਿੰਨਾ ਵੀ ਕੋਈ ਦਿਖਾਈ ਦੇ ਰਿਹਾ ਹੈ ਇਹ ਆਕਾਰ ਹੈ। ਇਹ ਜਿੰਨੇ ਆਕਾਰ ਬਣੇ ਹੋਏ ਹਨ ਉਹ ਸਾਰੇ ਨਾਮ ਸ਼ਕਤੀ ਦੇ ਨਾਲ ਹੀ ਬਣੇ ਹੋਏ ਹਨ। ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਹਿੰਦੂ ਧਰਮ ਅਨੁਸਾਰ 14 ਪੁਰੀਆਂ ਹੁੰਦੀਆਂ ਨੇ। ਇਹ ਸ਼ਿਵਪੁਰੀ ਹੈ ਜੀ, ਇਹ ਬ੍ਰਹਮਪੁਰੀ ਹੈ ਜੀ, ਇਹ ਵਿਸ਼ਨੂਪੁਰੀ ਹੈ। ਇਸ ਤਰ੍ਹਾਂ ਨੇ ਕਈ ਦੇਵਤਿਆਂ ਦੀ ਪੁਰੀਆਂ ਨੇ। ਸਾਰੇ ਜਿਹੜੇ ਪੁਰੀਆਂ ਨੇ ਭਵਨ, 3 ਭਵਨ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਇਹਨਾਂ ਭਵਨ ਵੀ ਕਹਿੰਦੇ ਨੇ, ਇਹਨਾਂ ਲੋਕ ਵੀ ਕਹਿੰਦੇ। ਸਾਰੇ ਭਵਨ, ਸਾਰੀਆਂ ਪੁਰੀਆਂ ਨਾਮ ਸ਼ਕਤੀ ਨਾਲ ਹੀ ਬਣੀਆਂ ਨੇ, ਨਾਮ ਸ਼ਕਤੀ ਨਾਲ ਹੀ ਟਿਕੇ ਹੋਏ ਨੇ। ਪੁਰਾਤਨ ਵਿਚਾਰ ਸੀ ਕਿ ਸਾਡੀ ਧਰਤੀ ਬਲਦ ਦੇ ਸਿੰਘਾਂ 'ਤੇ ਖੜੀ ਹੈ। ਗੁਰੂ ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਪਰਮਾਤਮਾ ਦੀ ਨਾਮ ਸ਼ਕਤੀ ਨਾਲ ਖੜੀ ਹੈ, ਇਹਦੇ ਹੇਠਾਂ ਕੋਈ ਬਲਦ ਨਹੀਂ ਹੈ। ਜੇ ਇਹਦੇ ਹੇਠਾਂ ਬਲਦ ਹੁੰਦਾ ਫਿਰ ਬਲਦ ਕਾਹਦੇ 'ਤੇ ਖੜ੍ਹਾ ਹੈ? ਚਲੋ ਜੇ ਧਰਤੀ ਦੇ ਬਲਦ ਦੇ ਆਸਰੇ ਖੜੀ ਹੈ ਫਿਰ ਬਲਦ ਕਿਹਦੇ ਆਸਰੇ ਖੜ੍ਹਾ ਹੈ? ਇਸ ਲਈ ਹੇਠਾਂ ਕੋਈ ਆਸਰਾ ਨਹੀਂ, ਹੇਠਾਂ ਕੋਈ ਚੀਜ਼ ਨਹੀਂ, ਹੇਠਾਂ ਕੋਈ ਪਿਲਰ ਨਹੀਂ। ਜੋ ਕੁਛ ਹੈ ਸੂਰਜ ਚੰਨ ਤਾਰੇ ਧਰਤੀਆਂ ਗ੍ਰਹਿ, ਜੋ ਕੁਛ ਬਣਾਇਆ ਪਰਮਾਤਮਾ ਨੇ ਇਹ ਸਭ ਉਹਦੀ ਨਾਮ ਸ਼ਕਤੀ ਨਾਲ ਹੀ ਟਿਕੇ ਹੋਏ ਹਨ। ਨਾਮ ਕੈ ਸੰਗ ਉਧਰੇ ਸੁਨ ਸ਼ਰਵਨ, ਇਹਨੂੰ ਸਰਵਣ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ ਸ਼ਰਵਨ। ਸ਼ਰਵਣ ਹੁੰਦਾ ਕੰਨ, ਆਪਾਂ ਕੰਨ ਕਹਿੰਦੇ ਪੰਜਾਬੀ 'ਚ, ਹਿੰਦੀ 'ਚ ਕਾਨ ਵੀ ਕਹਿੰਦੇ ਨੇ। ਮੇਰਾ ਕਾਨ ਦੁਖਦਾ ਹੈ, ਮੈਂ ਕਹਿੰਦੇ ਮੇਰਾ ਕੰਨ ਦੁਖਦਾ, ਉਹਨੂੰ ਸ਼ਰਵਣ ਵੀ ਕਹਿੰਦੇ ਨੇ, ਕੰਨਾਂ ਨੂੰ। ਨਾਮ ਕੈ ਸੰਗ ਉਧਰੇ ਸੁਨ ਸ਼ਰਵਨ, ਨਾਮ ਦੀ ਜਿਨ੍ਹਾਂ ਨੇ ਸੰਗਤ ਕੀਤੀ, ਭਾਵ ਜਿਨ੍ਹਾਂ ਨੇ ਨਾਮ ਜਪਿਆ, ਕੰਨਾਂ ਦੇ ਨਾਲ ਸੁਣਿਆ, ਸੁਣ ਸ਼ਰਵਨ, ਕੰਨਾਂ ਨਾਲ ਸੁਣਿਆ, ਉਧਰੇ ਉਹ ਸੰਸਾਰ ਤੋਂ ਤਰ ਗਏ। ਜਿਨ੍ਹਾਂ ਨੇ ਨਾਮ ਦੀ ਸੰਗਤ ਕੀਤੀ, ਭਾਵ ਨਾਮ ਜਪਿਆ, ਕੰਨਾਂ ਦੇ ਨਾਲ ਨਾਮ ਸੁਣਿਆ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਹੁਣ ਅਸੀਂ ਨਾਮ ਜਪਣਾ ਰਸਨਾ ਨਾਲ, ਸੁਣਨਾ ਕੰਨਾਂ ਨਾਲ, ਬਸ ਇੰਨੀ ਗੱਲ ਹੈ।
ਰਸਨਾ ਨਾਲ ਵਾਹਿਗੁਰੂ 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 ਕਰੀ ਜਾਣੇ, ਕੰਨਾਂ ਨਾਲ ਇਹਨੂੰ ਸੁਣੀ ਜਾਣਾ। ਇਹ ਹੈ ਸ਼ਬਦ ਸੁਰਤ ਦਾ ਮੇਲ। ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੁਰਤ ਹੈ ਧਿਆਨ। ਬੇਧਿਆਨੇ ਹੋ ਜਾਣਗੇ, ਸੁਣਨੇ ਨਹੀਂ। ਆਪਣਾ ਕਿਹਾ ਹੋਇਆ ਵਾਹਿਗੁਰੂ ਵਾਹਿਗੁਰੂ ਵੀ ਨਹੀਂ ਸੁਣਨਾ, ਕਿਉਂਕਿ ਧਿਆਨ ਹੀ ਨਹੀਂ ਹੈ। ਕੰਨ ਨਹੀਂ ਸੁਣਦੇ, ਕੰਨ ਤੇ ਸਾਧਨ ਨੇ ਸੁਣਨ ਦਾ। ਸੁਣਦਾ ਤੇ ਅੰਦਰ ਬੈਠਾ ਮਨ ਹੈ, ਸੁਣਦਾ ਤੇ ਮਨ ਹੈ, ਪਰ ਕੰਨਾਂ ਰਾਹੀਂ ਸੁਣਦਾ ਹੈ। ਇਸ ਲਈ ਕੰਨਾਂ ਦੀ ਮਾਨਤਾ, ਕੰਨਾਂ ਰਾਹੀਂ ਸੁਣਦਾ ਹੈ। ਤੁਹਾਡੇ ਕਾਰਜ ਤਾਂ ਬਾਣੀ ਕਰ ਰਹੀ ਹੈ, ਪਰ ਬਾਣੀ ਤੁਹਾਨੂੰ ਮੇਰੇ ਰਾਹੀਂ ਮਿਲੀ ਹੈ, ਇਸ ਲਈ ਤੁਸੀਂ ਆ ਕੇ ਬਾਬਾ ਜੀ ਤੁਹਾਡਾ ਬੜਾ ਧੰਨਵਾਦ ਹੈ। ਪਰ ਬਾਬੇ ਨੂੰ ਤਾਂ ਪਤਾ ਹੈ ਨਾ ਕਿ ਮੇਰੇ ਕਾਰਨ ਠੀਕ ਨਹੀਂ ਹੋਇਆ, ਇਹ ਮੇਰੇ ਕਾਰਜ ਦਾ ਕਾਰਜ ਰਸ ਨਹੀਂ ਹੋਇਆ। ਇਹ ਤਾਂ ਜਿਹੜੀ ਮੈਨੂੰ ਬਾਣੀ ਦਿੱਤੀ ਸੀ, ਬਾਣੀ ਗੁਰੂ ਹੈ, ਗੁਰੂ ਮਹਾਰਾਜ ਨੇ ਦਾ ਕਾਰਜ ਰਸ ਕੀਤਾ। ਮੈਨੂੰ ਪਤਾ ਇਸ ਗੱਲ ਦਾ, ਨਹੀਂ ਤਾਂ ਹੁੰਦਾ ਜਿੰਨਾ ਪਤਾ ਹਉਮੈ ਆ ਜੇ। ਅੱਛਾ, ਜਦੋਂ ਕਾਰਜ ਬਾਬਾ ਜੀ ਤੁਹਾਡਾ ਬੜਾ ਬੜਾ ਧੰਨਵਾਦ ਹੈ ਜੀ, ਅਤੇ ਮੈਨੂੰ ਤਾਂ ਪਤਾ ਹੈ ਵੀ ਕਾਰਜ ਤਾਂ ਕੀਤਾ ਗੁਰੂ ਮਹਾਰਾਜ ਨੇ। ਜਿਵੇਂ ਦਵਾਈ ਬੰਦੇ ਨੂੰ ਠੀਕ ਕਰਦੀ ਹੈ, ਪਰ ਸ਼ਾਬਾਸ਼ ਡਾਕਟਰ ਨੂੰ ਮਿਲਦੀ ਹੈ। ਫਲਾਣਾ ਡਾਕਟਰ ਬੜਾ ਸਿਆਣਾ ਜੀ, ਫਲਾਣਾ ਬੜਾ ਡਾਕਟਰ ਯੋਗ ਹੈ ਜੀ, ਉਹਨੇ ਮੈਨੂੰ ਠੀਕ ਕਰਤਾ। ਜੇ ਡਾਕਟਰ ਕੋਲ ਦਵਾਈ ਹੀ ਨਾ ਹੋਵੇ, ਫਿਰ ਕਾਹਦੇ ਨਾਲ ਠੀਕ ਕਰੇਗਾ? ਅਸਲ 'ਚ ਦਵਾਈ ਨੇ ਠੀਕ ਕੀਤਾ। ਪਰ ਹਾਂ, ਡਾਕਟਰ ਨੂੰ ਸ਼ਾਬਾਸ਼ ਇਸ ਲਈ ਮਿਲਦੀ ਹੈ ਕਿ ਉਸ ਨੇ ਦੇਖਿਆ ਕਿ ਇਹ ਮਰੀਜ਼ ਕਿਸ ਦਵਾਈ ਨਾਲ ਠੀਕ ਹੋਵੇਗਾ। ਡਾਕਟਰ ਨੇ ਉਹ ਦਵਾਈ ਦਿੱਤੀ ਅਤੇ ਮਰੀਜ਼ ਠੀਕ ਹੋ ਗਿਆ। ਮਰੀਜ਼ ਨੂੰ ਠੀਕ ਦਵਾਈ ਨੇ ਕੀਤਾ, ਪਰ ਸ਼ਾਬਾਸ਼ ਡਾਕਟਰ ਨੂੰ ਮਿਲ ਗਈ ਹੈ। ਇਸ ਤਰ੍ਹਾਂ ਤੁਹਾਨੂੰ ਠੀਕ ਬਾਣੀ ਕਰਦੀ ਹੈ, ਪਰ ਤੁਸੀਂ ਮੇਰਾ ਧੰਨਵਾਦ ਕਰਦੇ ਹੋ। ਜੇ ਡਾਕਟਰ ਨੂੰ ਵੀ ਹਮੇਸ਼ਾ ਯਾਦ ਰਹੇ, ਕਈ ਵਾਰ ਬੰਦਾ ਭੁੱਲ ਜਾਂਦਾ, ਕਹਿੰਦਾ ਮੈਂ ਹੀ ਸ਼ਾਇਦ ਠੀਕ ਕੀਤਾ। ਜੇ ਡਾਕਟਰ ਨੂੰ ਵੀ ਯਾਦ ਰਹੇ ਨਾ, ਮੈਂ ਨਹੀਂ ਠੀਕ ਕੀਤਾ, ਇਹ ਤਾਂ ਦਵਾਈ ਨੇ ਇਹਨੂੰ ਠੀਕ ਕੀਤਾ। ਹਾਂ, ਸਿਰਫ ਇੰਨਾ ਕਿ ਮੈਨੂੰ ਪਤਾ ਸੀ ਵੀ ਇਹ ਕਿਸ ਦਵਾਈ ਨਾਲ ਠੀਕ ਹੋਵੇਗਾ, ਬਸ। ਇਸ ਲਈ ਸਾਨੂੰ ਨਾਮ ਬਾਣੀ ਹੀ ਸਾਡੇ ਕਾਰਜ ਰਸ ਕਰਦੀ ਹੈ, ਸਾਨੂੰ ਤੰਦਰੁਸਤ ਕਰਦੀ ਹੈ। ਪਰ ਬਾਣੀ ਸਾਰੀ ਦੀ ਸਾਰੀ ਚੰਗੀ ਹੈ, ਸਾਰੀ ਦੀ ਸਾਰੀ ਲਾਭਦਾਇਕ ਹੈ। ਕੈਮਿਸਟ ਦੀਆਂ ਦੁਕਾਨਾਂ 'ਤੇ ਜਿੰਨੀਆਂ ਵੀ ਦਵਾਈਆਂ ਪਈਆਂ ਹੁੰਦੀਆਂ ਨੇ, ਉਹ ਕਿਸੇ ਨਾ ਕਿਸੇ ਬਿਮਾਰੀ ਨੂੰ ਠੀਕ ਕਰਨ ਲਈ ਹੁੰਦੀਆਂ, ਖਰਾਬ ਕਰਨ ਲਈ ਨਹੀਂ ਹੁੰਦੀਆਂ। ਬਾਣੀ ਸਾਰੀ ਹੀ ਲਾਭਦਾਇਕ ਹੈ, ਪਰ ਜੋ ਸਾਡੀ ਸਮੱਸਿਆ ਹੈ, ਮਹਾਨ ਪੁਰਖਾਂ ਨੂੰ ਪਤਾ ਹੁੰਦਾ ਕਿ ਇਹਦੀ ਸਮੱਸਿਆ ਫਲਾਣੀ ਬਾਣੀ ਨਾਲ ਠੀਕ ਹੋਣੀ ਹੈ, ਇਸ ਲਈ ਉਹ ਬਾਣੀ ਉਸ ਨੂੰ ਦਿੰਦੇ ਹਨ। ਬਸ ਉਹਨਾਂ ਦੀ ਤਾਂ ਇੰਨੀ ਡਿਊਟੀ ਹੈ। ਬਾਕੀ ਬਾਣੀ ਜਿਹੜਾ ਪੜ੍ਹੇਗਾ ਅਤੇ ਆਪੇ ਉਹਦੇ ਕੰਮ ਹੋ ਜਾਏਗਾ। ਇਸ ਲਈ ਨਾਮ ਸ਼ਕਤੀ ਹੁੰਦੀ ਹੈ। ਨਾਮ ਕੈ ਸੰਗ ਉਦੇ ਸੁਣ ਸ਼ਰਵਣ, ਕੰਨਾਂ ਨਾਲ ਨਾਮ ਨੂੰ ਸੁਣ ਕੇ ਕਹਿੰਦੇ ਲੋਕਾਂ ਦਾ ਪਾਰ ਉਤਾਰਾ ਹੋ ਗਿਆ। ਨਾਮ ਦੀ ਸੰਗਤ ਕੀਤੀ, ਫਿਰ ਨਾਮ ਨੂੰ ਕੰਨਾਂ ਨਾਲ ਸੁਣਿਆ ਅਤੇ ਫਿਰ ਪਾਰ ਉਤਾਰਾ ਹੋ ਗਿਆ। ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਪਰਮਾਤਮਾ ਆਪਣੀ ਕਿਰਪਾ ਕਰਕੇ ਜਿਸ ਨੂੰ ਆਪਣੇ ਨਾਮ ਨਾਲ ਜੋੜ ਦਿੰਦਾ ਨਾ। ਜੇ ਆਪਾਂ ਨਾਮ ਜਪਦੇ ਹਾਂ, ਇਹ ਨਹੀਂ ਕਹਿਣਾ ਮੈਂ ਜਪਦਾ ਤਾਂ ਮੂਰਖ ਹੈ, ਜਪਦਾ ਨਹੀਂ ਹੈਗਾ। ਫਿਰ ਹਉਮੈ ਆਏਗੀ ਨਾ, ਇਹ ਤਾਂ ਮੂਰਖ ਹੈ, ਜਪਦਾ ਨਹੀਂ ਹੈ, ਇਹਦੇ ਬਾਅਦ ਤੂੰ ਜਪਦਾ। ਹਉਮੈ ਆਉਣ ਦਾ ਖਤਰਾ ਹੁੰਦਾ। ਪਰ ਜੇ ਗਿਆਨ ਹੋਵੇ ਕਿ ਜੇ ਮੈਂ ਨਾਮ ਜਪਦਾ, ਇਹ ਤਾਂ ਪਰਮਾਤਮਾ ਜਪਵਾ ਰਿਹਾ ਹਾਂ, ਇਸ ਤੋਂ ਨਹੀਂ ਜਪਵਾ ਰਿਹਾ, ਬਸ ਇੰਨਾ ਹੀ। ਇਸ 'ਤੇ ਨਹੀਂ ਪਰਮਾਤਮਾ ਦੀ ਕਿਰਪਾ। ਤੁਸੀਂ 3 ਵਜੇ ਉੱਠਦੇ ਹੋ ਅੰਮ੍ਰਿਤ ਵੇਲੇ, ਤੁਹਾਡੇ 'ਤੇ ਪਰਮਾਤਮਾ ਦੀ ਕਿਰਪਾ ਹੈ। ਇੱਕ 6 ਵਜੇ ਉੱਠਦਾ, ਉਸ 'ਤੇ ਪਰਮਾਤਮਾ ਦੀ ਨਹੀਂ ਕਿਰਪਾ ਹੈ। ਉਹ ਕਹੀ ਜਾਓ, ਉਹਨੂੰ ਕਹੀ ਜਾਓ। ਉਹ ਕੋਸ਼ਿਸ਼ ਵੀ ਕਰਦਾ ਉੱਠਣ ਦੀ, ਅਲਾਰਮ ਵੀ ਲਾ ਲੈਂਦਾ, ਫਿਰ ਲੇਟਿਆ ਲੇਟਿਆ ਅਲਾਰਮ ਨੂੰ ਹੱਥ ਨਾਲ ਬੰਦ ਕਰ ਦਿੰਦਾ ਅਤੇ ਮੁੜ ਕੇ ਫਿਰ ਸੌਂ ਜਾਂਦਾ, ਮੁੜ ਕੇ ਫਿਰ ਸੌਂ ਜਾਂਦਾ। ਉਸ 'ਤੇ ਅਸਲ ਅਜੇ ਦਾਤੇ ਦੀ ਕਿਰਪਾ ਨਹੀਂ ਹੋਈ।
ਉਹਨੂੰ ਫਿਰ ਕੀ ਕਰਨਾ ਚਾਹੀਦਾ? ਬੇਨਤੀ ਕਰਦੇ ਰਹਿਣਾ ਚਾਹੀਦਾ। ਕਈ ਮੇਰੇ ਕੋਲ ਆਉਂਦੇ ਨੇ, ਮੈਂ ਜੀ ਉੱਠਣਾ ਤੇ ਚਾਹੁੰਦਾ, ਉੱਠ ਨਹੀਂ ਹੁੰਦਾ। ਮੈਂ ਤਾਂ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਇਹੀ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਮੈਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦਾ, ਮੈਨੂੰ ਉਠਾ ਦਿਆ ਕਰੋ। ਕਰੋ ਕੁਝ ਦਿਨ ਬੇਨਤੀ, ਗੁਰੂ ਮਹਾਰਾਜ ਕਿਰਪਾ ਕਰ ਦੇਣਗੇ। ਜਦੋਂ ਆਪਾਂ ਇੱਕੋ ਹੀ ਬੇਨਤੀ ਵਾਰੀ ਵਾਰੀ ਗੁਰੂ ਮਹਾਰਾਜ ਕਰੀ ਜਾਵਾਂਗੇ ਤਾਂ ਗੁਰੂ ਮਹਾਰਾਜ ਕਹੇ ਵਾਕਈ ਉੱਠਣਾ ਚਾਹੁੰਦਾ, ਉਹਨੂੰ ਉਠਾ ਦੇਣਗੇ। ਹੋਰ ਕੀ, ਉਹਨੂੰ ਉਠਾ ਦੇਣਗੇ। ਮੇਰੇ ਨਾਲ ਆਪ ਇਸ ਤਰ੍ਹਾਂ ਹੋਇਆ। ਮੈਂ 4 ਵਜੇ ਦਾ ਅਲਾਰਮ ਲਾਉਂਦਾ ਸੀ ਬਚਪਨ ਤੋਂ ਹੀ। ਘਰ ਦੇ ਹਾਲਾਤ ਐਸੇ ਸਨ ਕਿ ਮੈਨੂੰ ਸਵੇਰੇ 4 ਵਜੇ ਉੱਠਣਾ ਪੈਂਦਾ ਸੀ। ਚੌਥੀ ਜਮਾਤ ਤੋਂ ਮੈਨੂੰ ਯਾਦ ਹੈ, ਅੱਜ ਤੱਕ ਮੈਂ 4 ਵਜੇ ਉੱਠਦਾ ਸੀ ਅਤੇ ਰਾਤੀ 10 ਵਜੇ ਸੌਂਦਾ ਸੀ। ਉਹ ਫਿਰ ਐਸੀ 1954 ਤੋਂ ਆਦਤ ਬਣੀ ਕਿ 2020 ਸਨ, ਇੰਨੇ ਸਾਲ ਹੋ ਗਏ। ਦਾਤਾ 4 ਵਜੇ ਉਠਾਉਂਦਾ ਹੈ, 10 ਵਜੇ ਮੈਂ ਸੌਣ ਦੀ ਤਿਆਰੀ ਕਰ ਰਿਹਾ, ਕਦੇ 10 'ਤੇ ਨੀਂਦ ਆ ਗਈ, 10-15 'ਤੇ ਆ ਗਈ। ਉਹ ਪਰਮਾਤਮਾ ਉਠਾਉਂਦਾ ਹੈ, ਇਹ ਬੰਦਾ ਨਹੀਂ ਉੱਠ ਸਕਦਾ। ਉਹਦੇ ਕਿਰਪਾ ਹੁੰਦੀ ਹੈ। ਨਹੀਂ ਤਾਂ ਚੌਥੀ ਦਾ ਬੱਚਾ ਮਾਂ ਪਿਓ ਨਹੀਂ ਉਠਾ ਰਹੇ, ਉਹ ਆਪ ਉੱਠ ਰਿਹਾ ਹੈ। ਇੱਕ ਤਾਂ ਕਹਿੰਦੇ ਬੱਚੇ ਮਾਂ ਪਿਓ ਉਠਾਉਂਦੇ ਨੇ, ਨਹੀਂ, ਉਹ ਆਪ ਉੱਠ ਰਿਹਾ ਹੈ। ਉਸ ਦੀ ਕਿਰਪਾ, ਉਸ ਦੀ ਕਿਰਪਾ ਹੈ। ਸੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਪਰਮਾਤਮਾ ਕਿਰਪਾ ਕਰਕੇ ਜਿਸ ਨੂੰ ਆਪਣੇ ਨਾਮ ਨਾਲ ਜੋੜ ਦਿੰਦਾ ਨਾ, ਨਾਮ ਜਪਣ ਲਾਉਂਦਾ ਹੈ, ਉਹਦੀ ਕਿਰਪਾ ਹੈ। ਇੱਥੋਂ ਤੱਕ ਤੁਮਰੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਇਹ ਪਰਮਾਤਮਾ ਤੇਰੀ ਕਿਰਪਾ ਨਾਲ ਹੈ। ਨਹੀਂ ਮੇਰੇ ਵਰਗੇ ਕਹਿੰਦੇ ਕਰੋੜਾਂ ਫਿਰਦੇ ਨੇ, ਕੌਣ ਪੁੱਛਦਾ? ਇਹ ਤੇਰੀ ਕਿਰਪਾ ਹੈ। ਇੰਨੀ ਦੁਨੀਆ ਪੁੱਛਦੀ, ਗੁਰੂ ਮਹਾਰਾਜ ਆਪ ਕਹਿ ਰਹੇ। ਉਹ ਥਾਂ ਥਾਂ 'ਤੇ ਲਿਖਦੇ ਨੇ ਤਪ ਪ੍ਰਸਾਦ, ਵੀ ਜਿਹੜੀ ਮੈਂ ਬਾਣੀ ਉਚਾਰਨ ਲੱਗਾ ਤਪ ਪ੍ਰਸਾਦ, ਇਹ ਪਰਮਾ ਤੇਰੀ ਕਿਰਪਾ ਨਾਲ ਉਚਾਰਨ ਲੱਗਾ। ਪਹਿਲਾਂ ਲਿਖਿਆ ਉਹਨਾਂ ਨੇ ਤਪ ਪ੍ਰਸਾਦ, ਤੇਰੀ ਕਿਰਪਾ ਨਾਲ। ਬਈ ਮੈਂ ਆਪ ਨਹੀਂ ਬਾਣੀ ਲਿਖ ਰਿਹਾ, ਇਹ ਤਾਂ ਤੇਰੀ ਕਿਰਪਾ ਹੈ, ਤੇਰੀ ਕਿਰਪਾ ਨਾਲ ਲਿਖ ਰਿਹਾ। ਕੋਈ ਹਉ ਭਾਵ ਨਹੀਂ ਆਪਣੇ ਚਾਉਣ ਦਿੱਤਾ। ਗੁਰੂ ਮਹਾਰਾਜ ਕਹੂੰ ਆਪੋਂ ਬੋਲ ਨਾ ਜਾਣਦਾ, ਸਭ ਕਹਿਆ ਹੁਕਮ ਆਓ ਜੀਓ। ਮੈਂ ਤਾਂ ਕਹਿੰਦੇ ਬਾਣੀ ਬੋਲਣੀ ਨਹੀਂ ਸੀ ਜਾਣਦਾ, ਇਹ ਤਾਂ ਪਰਮਾਤਮਾ ਦਾ ਹੁਕਮ ਹੈ। ਹੁਕਮ ਹੈ। ਤਾਂ ਹੀ ਗੁਰੂ ਮਹਾਰਾਜ ਕਹੇ ਮਰਦਾਨਾ ਰਬਾਬ ਜੋ ਬਾਣੀ ਆਈ ਹੈ। ਪਰਮਾਤਮਾ ਆਪਣਾ ਸੁਨੇਹਾ ਭੇਜ ਰਿਹਾ ਹੈ। ਜਿਹੜੇ ਪੈਗੰਬਰ ਹੁੰਦੇ ਨੇ, ਜਿਹੜੇ ਗੁਰੂ ਹੁੰਦੇ ਨੇ, ਜਿਹੜੇ ਅਵਤਾਰ ਹੁੰਦੇ ਨੇ, ਇਹਨਾਂ ਨੂੰ ਪਰਮਾਤਮਾ ਆਪਣਾ ਹੁਕਮ ਸੁਣਾਉਂਦਾ ਕਿ ਆਮ ਲੋਕਾਂ ਨੂੰ ਮੇਰੇ ਹੁਕਮ ਦਾ ਨਹੀਂ ਪਤਾ, ਮੈਂ ਤੁਹਾਨੂੰ ਆਪਣਾ ਹੁਕਮ ਸੁਣਾਉਣਾ। ਇਹ ਮੇਰਾ ਹੁਕਮ ਜਾ ਕੇ ਤੁਸੀਂ ਲੋਕਾਂ ਨੂੰ ਦੱਸਣਾ ਕਿ ਪਰਮਾਤਮਾ ਦਾ ਆਹ ਹੁਕਮ ਹੈ ਅਤੇ ਉਹਦੇ ਹੁਕਮ 'ਚ ਚੱਲਣਾ। ਜੇ ਨਾ ਚੱਲੇ ਤਾਂ ਆਪਾਂ ਨੂੰ ਸਜ਼ਾ ਮਿਲਣੀ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੈ ਨਾ ਜਪਜੀ ਸਾਹਿਬ 'ਚ ਆਉਂਦਾ, ਉਹਦਾ ਹੁਕਮ ਹੈ। ਇਸ ਲਈ ਕਹਿੰਦੇ ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਪਰਮਾਤਮਾ ਕਿਰਪਾ ਕਰਕੇ ਜਿਸ ਨੂੰ ਆਪਣੇ ਨਾਮ ਨਾਲ ਲਾ ਦੇਣ, ਵੀ ਭਾਈ ਤੂੰ ਨਾਮ ਜਪਿਆ ਕਰ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਚੌਥਾ ਪਦ ਹੁਣੇ ਮੈਂ ਤੁਹਾਨੂੰ ਦੱਸਿਆ ਜੀ, 4 ਪਦ ਹੁੰਦੇ ਨੇ। ਪਹਿਲਾ ਤਮੋ, ਦੂਜਾ ਰਜੋ, ਤੀਜਾ ਸਤੋ ਅਤੇ ਚੌਥਾ ਹੈ ਬ੍ਰਹਮ ਗਿਆਨ ਦੀ ਅਵਸਥਾ। ਉਹਨੂੰ ਸਹਿਜ ਅਵਸਥਾ ਵੀ ਕਹਿੰਦੇ, ਉਹਨੂੰ ਗੁਰਬਾਣੀ ਸਹਿਜ ਅਵਸਥਾ ਵੀ ਲਿਖਿਆ। ਉਸ ਨੂੰ ਚੌਥਾ ਪਦ ਵੀ ਲਿਖਿਆ, ਉਸ ਨੂੰ ਉਨਮਨੀ ਅਵਸਥਾ ਵੀ ਲਿਖਿਆ ਹੋਇਆ ਹੈ। ਬ੍ਰਹਮ ਗਿਜਤ ਜਾ ਕੇ ਬ੍ਰਹਮ ਦਾ ਗਿਆਨ ਹੋ ਜਾਂਦਾ, ਉਹਨੂੰ ਕਹਿੰਦੇ ਨੇ ਚੌਥਾ ਪਦ, ਚੌਥੀ ਅਵਸਥਾ। ਜਿਹੜਾ ਚੌਥੀ ਅਵਸਥਾ 'ਤੇ ਪਹੁੰਚ ਜਾਂਦਾ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਜਿਹੜਾ ਪਰਮਾਤਮਾ ਦਾ ਭਗਤ ਇੱਥੇ ਚੌਥੀ ਅਵਸਥਾ 'ਤੇ ਪਹੁੰਚ ਜਾਂਦਾ, ਉਹਦੀ ਗਤੀ ਹੋ ਜਾਂਦੀ ਹੈ, ਉਹ ਮੁਕਤ ਹੁੰਦਾ, ਉਹ ਜੀਵਨ ਮਰਨ ਤੋਂ ਰਹਿਤ ਹੋ ਜਾਂਦਾ। ਸਾਡਾ 84 ਲੱਖ ਜੂਨੀਆਂ ਦਾ ਚੱਕਰ ਉਸ ਦਿਨ ਪ੍ਰਾਪਤ ਖਤਮ ਹੋਣਾ
ਜਿੱਦੇ ਅਸੀਂ ਪਰਮਾਤਮਾ ਨੂੰ ਮਿਲ ਪੈਣਾ, ਨਹੀਂ ਤਾਂ ਚੱਲੀ ਹੋਈ ਜਾਣਾ। ਚਾਹੇ ਸਵਰਗਾਂ ਨੂੰ ਚਲੇ ਜਾਈਏ, ਚਾਹੇ ਕਿਤੇ ਹੋਰ ਲੋਕ 'ਚ ਚਲੇ ਜਾਈਏ ਭਜਨ ਬੰਦਗੀ ਕਰਦੇ ਕਰਦੇ, ਪਰ ਸਾਡਾ ਛੁਟਕਾਰਾ ਉਦੋਂ ਹੋਣਾ ਜਦੋਂ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲੈਣਾ, ਨਹੀਂ ਤਾਂ ਜੂਨੀਆਂ 'ਚ ਆਈ ਹੋਈ ਜਾਣਾ। ਇਸ ਲਈ ਅਤੇ ਉਹ ਕਿਵੇਂ ਪ੍ਰਾਪਤ ਹੋ ਗਿਆ? ਉਹ ਨਾਮ ਜਪ ਜਪ ਕੇ ਹੋਏਗਾ। ਆ ਨਾਮ ਦੀ ਮਹਿਮਾ ਹੀ ਦੱਸੀ ਨਾ ਵੀ ਕਿੰਨੀ ਮਹਾਨਤਾ ਨਾਮ ਦੀ, ਕਿੰਨੀ ਸ਼ਕਤੀ ਹੈ ਨਾਮ 'ਚ। ਨਾਮ 'ਚ ਬੇਅੰਤ ਸ਼ਕਤੀ ਹੈ। ਜਿਵੇਂ ਨਾਮ 'ਚ ਬੇਅੰਤ ਸ਼ਕਤੀ ਹੈ ਨਾ, ਇਹ ਗੁਰਬਾਣੀ 'ਚ ਬੇਅੰਤ ਸ਼ਕਤੀਆਂ ਨੇ। ਲੋਕ ਪ੍ਰੈਕਟੀਕਲ ਨਹੀਂ ਕਰਦੇ, ਧੱਕੇ ਖਾਂਦੇ ਰਹਿੰਦੇ ਨੇ ਜ਼ਿੰਦਗੀ 'ਚ। ਬਾਣੀ ਨਾਮ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦਾ ਹੈ। ਇਹ ਤਾਕਤ ਹੀ ਇੰਨੀ ਹੈ। ਤੁਹਾਡੀ ਗਰੀਬੀ ਨੂੰ ਅਮੀਰੀ 'ਚ ਬਦਲ ਦੇਗਾ, ਤੁਹਾਡੇ ਦੁੱਖ ਨੂੰ ਸੁੱਖ 'ਚ ਬਦਲ ਦੇਗਾ। ਤੁਹਾਡੀ ਜਿਹੜੀ ਹੁਣ ਨਿੰਦਿਆ ਹੁੰਦੀ ਹੈ, ਲੋਕ ਤੁਹਾਡੀ ਉਸਤ ਕਰਨ ਲੱਗ ਜਾਂਦੇ। ਬਾਣੀ ਤਾਕਤ ਹੀ ਇੰਨੀ ਹੈ। ਪਰ ਜੇ ਕਿਸੇ ਨੂੰ ਪਾਠ ਦੇ ਦਿਆ, ਪਾਠ ਕਰਿਆ ਕਰ, ਉਹਦੀ ਕੋਸ਼ਿਸ਼ ਹੁੰਦੀ ਮੇਰੀ ਮਾਂ ਕਰ ਲੈ, ਮੇਰੀ ਭੈਣ ਕਰ ਲੈ, ਕੰਮ ਮੇਰਾ ਹੋ ਜੇ, ਆਸਟ੍ਰੇਲੀਆ ਮੈਂ ਚਲਾ ਜਾ, ਕੈਨੇਡਾ ਮੈਂ ਚਲਾ ਜਾ, ਅਮਰੀਕਾ ਮੈਂ ਚਲਾ ਜਾ, ਪਾਠ ਆਪ ਨਹੀਂ ਕਰਨਾ, ਪਾਠ ਕੋਈ ਕਰੇ। ਆਪ ਕਰੇਗਾ ਤਾਂ ਹੀ ਕ੍ਰਿਸ਼ਮੇ ਦਾ ਪਤਾ ਲੱਗੇਗਾ ਨਾ ਵੀ ਬਾਣੀ ਕਿਆ ਕ੍ਰਿਸ਼ਮਾ ਹੈ, ਬਾਣੀ 'ਚ ਕਿਆ ਤਾਕਤ ਹੈ। ਜਿਨ੍ਹਾਂ 'ਚ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਉਹਨਾਂ 'ਚ ਸਾਨੂੰ ਕਿਵੇਂ ਵਿਸ਼ਵਾਸ ਹੋਏਗਾ? ਇਹ ਤਾਂ ਸ਼ਰਧਾ ਹੈ। ਸ਼ਰਧਾ ਕਰਕੇ ਮੰਨ ਲਿਆ ਬਾਣੀ 'ਚ ਬਹੁਤ ਤਾਕਤ ਹੈ। ਨਹੀਂ, ਜਦੋਂ ਪ੍ਰੈਕਟੀਕਲ ਕਰਾਂਗੇ ਅਤੇ ਫਿਰ ਸਾਡੇ ਔਖੇ ਤੋਂ ਔਖੇ ਕਾਰਜ ਵੀ ਰਾਸ ਹੋ ਜਾਣਗੇ। ਦੁਸ਼ਮਣ ਦੋਸਤਾਂ ਦੇ ਵਿੱਚ ਬਦਲ ਜਾਣਗੇ, ਗਰੀਬੀ ਅਮੀਰੀ 'ਚ ਬਦਲ ਜਾਏਗੀ, ਦੁੱਖ ਸੁੱਖਾਂ 'ਚ ਬਦਲ ਜਾਣਗੇ। ਫਿਰ ਪਤਾ ਲੱਗੇਗਾ ਹਾਂ ਇਸ ਨਾਮ ਬਾਣੀ 'ਚ ਕਿੰਨੀ ਤਾਕਤ ਹੈ। ਵਾਕਈ ਨਾਮ ਜਪਣਾ ਚਾਹੀਦਾ, ਵਾਕਈ ਬਾਣੀ ਪੜ੍ਹਨੀ ਚਾਹੀਦੀ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।